ਹੈਲੋ ਸਟੂਡੈਂਟਸ, ਆਈ ਹੋਪ ਕਿ ਤੁਸੀਂ ਸਭ ਠੀਕ ਠਾਕ ਅਤੇ ਸਿਹਤਮੰਦ ਹੋਵੋਗੇ ਅਤੇ ਤੁਹਾਡੀ ਪੜ੍ਹਾਈ ਵੀ ਵਧੀਆ ਤਰੀਕੇ ਨਾਲ ਹੀ ਚੱਲ ਰਹੀ ਹੋਵੇਗੀ। ਬੱਚਿਓ, ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਂ ਅੱਜ ਇੱਕ ਹੋਰ ਨਵੇਂ ਟੌਪਿਕ 'ਤੇ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ। ਸਾਡਾ ਜੋ ਅੱਜ ਦਾ ਟੌਪਿਕ ਹੈ ਟਾਈਮ ਮੈਨੇਜਮੈਂਟ, ਜਾਂ ਫਿਰ ਤੁਸੀਂ ਇਸ ਨੂੰ ਸਮਾਂ ਪ੍ਰਬੰਧਨ ਵੀ ਕਹਿ ਸਕਦੇ ਹੋ। ਇਹ ਜੋ ਸਾਡਾ ਟੌਪਿਕ ਹੈ ਸਾਡੀ ਰੁਜ਼ਗਾਰ ਯੋਗਤਾ ਦੀ 10ਵੀਂ ਕਲਾਸ ਦੇ ਪਾਠ 2 ਦੇ ਭਾਗ 5 ਵਿੱਚੋਂ ਲਿਆ ਗਿਆ ਹੈ। ਇਸ ਸੈਸ਼ਨ ਜਾਂ ਪਾਠ ਵਿੱਚ ਸਾਨੂੰ ਸਮਾਂ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜਿਸ ਵਿੱਚ ਕਿ ਅਸੀਂ ਸਮੇਂ ਨੂੰ ਕਿਸ ਤਰ੍ਹਾਂ ਮੈਨੇਜ ਕਰਕੇ ਜਾਂ ਉਸ ਦਾ ਪ੍ਰਬੰਧਨ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਅੱਗੇ ਵਧਾਉਣਾ ਹੈ ਜਾਂ ਖੁਸ਼ਹਾਲ ਬਣਾਉਣਾ ਹੈ, ਉਹਦੇ ਬਾਰੇ ਜਾਣਕਾਰੀ ਦਿੱਤੀ ਗਈ। ਜੀ ਹਾਂ, ਮੈਂ VT ਵਿਨੋਦ ਕੁਮਾਰ, ਜੋ ਕਿ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਬੀੜਾ ਹੁਸ਼ਿਆਰਪੁਰ ਵਿਖੇ ਬਤੌਰ ਪ੍ਰਾਈਵੇਟ ਸਿਕਿਉਰਿਟੀ ਟ੍ਰੇਨਰ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ। ਅੱਜ ਦਾ ਸਾਡਾ ਟੌਪਿਕ ਹੈ ਟਾਈਮ ਮੈਨੇਜਮੈਂਟ, ਜਾਂ ਫਿਰ ਇਹਨੂੰ ਸਮਾਂ ਪ੍ਰਬੰਧਨ ਵੀ ਕਹਿ ਸਕਦੇ ਹਾਂ। ਇਹ ਸਾਨੂੰ ਸਮੇਂ ਦਾ ਸਹੀ ਉਪਯੋਗ ਕਰਨ ਵੱਲ ਇਸ਼ਾਰਾ ਕਰਦਾ ਹੈ। ਜਿਸ ਤਰ੍ਹਾਂ ਤੁਸੀਂ ਆਪਣੇ ਸਕਰੀਨ 'ਤੇ ਇੱਕ ਫੋਟੋ ਨੂੰ ਦੇਖ ਰਹੇ ਹੋਵੋਗੇ, ਜਿਸ ਵਿੱਚ ਸਾਨੂੰ ਸਮਾਂ ਪ੍ਰਬੰਧਨ ਦੇ ਦੋ ਅਲੱਗ-ਅਲੱਗ ਪਹਿਲੂ ਦਿਖਾਈ ਦੇ ਰਹੇ ਹਨ। ਜਿਸ ਵਿੱਚ ਪਹਿਲਾ ਪਹਿਲੂ ਹੈ ਬਿਫੋਰ, ਮਤਲਬ ਕੀ ਹੈ ਕਿ ਜਦੋਂ ਅਸੀਂ ਆਪਣੇ ਸਮੇਂ ਨੂੰ ਜ਼ਿਆਦਾ ਅਹਿਮੀਅਤ ਨਾ ਦਿੰਦੇ ਹੋਏ, ਆਪਣੇ ਸਮੇਂ ਨੂੰ ਨਾ ਮੈਨੇਜ ਕਰਦੇ ਹੋਏ ਬਰਬਾਦ ਕਰਦੇ ਰਹਿੰਦੇ ਹਾਂ। ਅਤੇ ਇਸ ਦੇ ਉਲਟ ਦੂਜੇ ਪਹਿਲੂ ਵਿੱਚ ਜੇ ਆਪਾਂ ਵੇਖੀਏ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਅਗਰ ਅਸੀਂ ਆਪਣੇ ਸਮੇਂ ਦਾ ਸਹੀ ਤਰੀਕੇ ਨਾਲ ਉਪਯੋਗ ਕਰਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਵਧੀਆ ਬਣਾ ਸਕਦੇ ਹਾਂ। ਚਲੋ ਹੁਣ ਜ਼ਿਆਦਾ ਸਮੇਂ ਨਾ ਬਰਬਾਦ ਕਰਦੇ ਹੋਏ ਆਪਾਂ ਅੱਜ ਦੇ ਆਪਣੇ ਇਸ ਟੌਪਿਕ ਵੱਲ ਵੱਧਦੇ ਹਾਂ, ਜਿਸ ਦਾ ਨਾਮ ਹੈ ਟਾਈਮ ਮੈਨੇਜਮੈਂਟ ਜਾਂ ਸਮਾਂ ਪ੍ਰਬੰਧਨ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਜਾਂ ਜਾਣ ਪਛਾਣ। ਬੱਚਿਓ, ਅੱਜ ਇਸ ਟੌਪਿਕ ਵਿੱਚ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਅਸੀਂ ਆਪਣੇ ਸਮੇਂ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਕੇ ਜਾਂ ਉਸਦਾ ਪ੍ਰਬੰਧਨ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਅਤੇ ਖੁਸ਼ਹਾਲ ਬਣਾ ਸਕਦੇ ਹਾਂ। ਸਭ ਤੋਂ ਪਹਿਲਾਂ ਸਭ ਨੂੰ ਇਸ ਗੱਲ ਦਾ ਤਾਂ ਪਤਾ ਹੀ ਹੈ ਕਿ ਸਾਡੇ ਕੋਲ ਸਮਾਂ ਤਾਂ ਹਰੇਕ ਬੰਦੇ ਕੋਲ 24 ਘੰਟੇ ਦਾ ਹੀ ਹੁੰਦਾ ਹੈ, ਲੇਕਿਨ ਕੁਝ ਵਿਅਕਤੀ ਇਸ 24 ਘੰਟੇ ਦੇ ਸਮੇਂ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਇੱਕ ਖੁਸ਼ਹਾਲ ਅਤੇ ਵਧੀਆ ਜ਼ਿੰਦਗੀ ਬਤੀਤ ਕਰਦੇ ਹਨ, ਅਤੇ ਦੂਜੇ ਪਾਸੇ ਜੋ ਆਪਣੇ ਸਮੇਂ ਦਾ ਇਸਤੇਮਾਲ ਸਹੀ ਤਰੀਕੇ ਨਾਲ ਨਹੀਂ ਕਰਦੇ, ਉਹ ਸਾਰੀ ਜ਼ਿੰਦਗੀ ਕਿਸੇ ਨਾ ਕਿਸੇ ਉਲਝਣ ਸਮੱਸਿਆ ਦੇ ਵਿੱਚ ਫਸੇ ਰਹਿੰਦੇ ਨੇ ਜਾਂ ਉਹਨਾਂ ਦਾ ਸਾਹਮਣਾ ਕਰਦੇ ਰਹਿੰਦੇ ਨੇ। ਉਦਾਹਰਨ, ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਜਿਹੜੀ ਹੈ ਤਣਾਅਪੂਰਨ ਰਹਿੰਦੀ ਹੈ, ਅਤੇ ਉਹ ਆਪਣੇ ਕਿਸੇ ਵੀ ਕੰਮ ਨੂੰ ਠੀਕ ਢੰਗ ਨਾਲ ਨਹੀਂ ਕਰ ਪਾਉਂਦੇ ਜਾਂ ਸਹੀ ਸਮੇਂ 'ਤੇ ਨਹੀਂ ਕਰ ਪਾਉਂਦੇ। ਭਾਵ ਕਿ ਸਮੇਂ ਤਾਂ ਸਭ ਕੋਲ 24 ਘੰਟੇ ਹੀ ਹੁੰਦਾ ਹੈ, ਪਰ ਕੌਣ ਇਹਨਾਂ 24 ਘੰਟਿਆਂ ਦੇ ਸਮੇਂ ਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਦਾ ਹੈ ਅਤੇ ਕੌਣ ਮੈਨੇਜ ਨਹੀਂ ਕਰ ਪਾਉਂਦਾ। ਜੋ ਮੈਨੇਜ ਕਰ ਲੈਂਦਾ ਹੈ ਉਹ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਚਲਾ ਜਾਂਦਾ ਹੈ, ਅਤੇ ਜੋ ਨਹੀਂ ਕਰਦਾ ਉਹ ਇੱਕੋ ਜਗ੍ਹਾ 'ਤੇ ਖੜ੍ਹਾ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਅਤੇ ਅੱਗੇ ਨਹੀਂ ਵੱਧ ਪਾਉਂਦਾ। ਚਲੋ ਇਸ ਤੋਂ ਅੱਗੇ ਅਸੀਂ ਇਹਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਅਗਰ ਅਸੀਂ ਟਾਈਮ ਮੈਨੇਜਮੈਂਟ ਦੀ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਸਮਾਂ ਪ੍ਰਬੰਧਨ ਤੋਂ ਭਾਵ ਹੈ ਕਿ ਯੋਜਨਾ ਬਣਾਓ ਅਤੇ ਨਿਯੰਤਰਣ ਕਰੋ ਕਿ ਤੁਸੀਂ ਕਿਵੇਂ ਤੁਹਾਡੇ ਦਿਨ ਦੇ ਘੰਟੇ ਚੰਗੀ ਤਰ੍ਹਾਂ ਖਰਚ ਕੇ ਉਹ ਸਭ ਕਰਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਮਤਲਬ ਕੀ ਆ ਕਿ ਤੁਸੀਂ ਪੂਰੇ ਦਿਨ ਦੀ ਆਪਣੀ ਦਿਨਚਰਿਆ ਉਹਦਾ ਇੱਕ ਡਾਟਾ ਤਿਆਰ ਕਰੋ, ਇੱਕ ਸਮੇਂ ਸਾਰਣੀ ਬਣਾਓ ਵੀ ਕਿੰਨੇ ਕੰਮ ਕਰਨੇ, ਕਿੰਨਾ ਟਾਈਮ ਹੈ, ਅਤੇ ਉਸ ਟਾਈਮ ਦੇ ਹਿਸਾਬ ਨਾਲ ਉਸ ਕੰਮਾਂ ਦੇ ਹਿਸਾਬ ਨਾਲ ਟਾਈਮ ਨੂੰ ਐਡਜਸਟ ਨਿਯੰਤਰਣ ਕਰਕੇ ਤੁਸੀਂ ਫਿਰ ਉਹ ਸਾਰੇ ਕੰਮ ਕਰ ਸਕਦੇ ਹੋ ਜੋ ਤੁਸੀਂ ਕਰਨਾ ਚਾਹੁੰਦੇ ਹੋ। ਇਸ ਦੀ ਸਭ ਤੋਂ ਵਧੀਆ ਇੱਕ ਛੋਟੀ ਉਦਾਹਰਨ ਹੈ ਕਿ ਜਦੋਂ ਤੁਸੀਂ ਤੁਹਾਡਾ ਹੋਮਵਰਕ ਸਕੂਲ ਦੇ ਤੁਰੰਤ ਬਾਅਦ ਪੂਰਾ ਕਰ ਲੈਣ ਦਾ ਫੈਸਲਾ ਕਰ ਲੈਂਦੇ ਹੋ ਜਾਂ ਤੁਸੀਂ ਉਸ ਨੂੰ ਪੂਰਾ ਕਰ ਲੈਂਦੇ ਹੋ, ਤਾਂ ਤੁਹਾਡੇ ਕੋਲ ਜੋ ਕੀ ਹੈ ਸ਼ਾਮ ਨੂੰ TV ਦੇਖਣ ਲਈ ਜਾਂ ਫਿਰ ਮੰਨ ਲਓ ਖੇਲਣ ਵਾਸਤੇ ਕਾਫੀ ਟਾਈਮ ਬਚ ਜਾਂਦਾ ਹੈ, ਜਾਂ ਸਮਾਂ ਹੋਵੇਗਾ ਤੁਸੀਂ ਖੇਲ ਸਕਦੇ ਹੋ, TV ਦੇਖ ਸਕਦੇ ਹੋ। ਮਤਲਬ ਕਿ ਅਗਰ ਅਸੀਂ ਟਾਈਮ ਮੈਨੇਜਮੈਂਟ ਕਰਨਾ ਜਾਣਦੇ ਹਾਂ ਤਾਂ ਅਸੀਂ ਆਪਣੀ ਹਰ ਇੱਛਾ ਨੂੰ ਜਾਂ ਖਵਾਹਿਸ਼ ਨੂੰ ਪੂਰਾ ਕਰ ਸਕਦੇ ਹਾਂ। ਹੁਣ ਇਸ ਦੇ ਮਹੱਤਵ ਦੀ ਗੱਲ ਕਰੀਏ ਤਾਂ ਸਮਾਂ ਪ੍ਰਬੰਧਨ ਦੇ ਮਹੱਤਵ ਤੋਂ ਭਾਵ ਹੈ
ਕਿ ਕੁਝ ਕੰਮ ਇਸ ਤਰ੍ਹਾਂ ਦੇ ਹੁੰਦੇ ਹਨ ਕਿ ਜਿਨ੍ਹਾਂ ਨੂੰ ਅਸੀਂ ਅਗਰ ਸਹੀ ਸਮੇਂ 'ਤੇ ਨਹੀਂ ਕਰਦੇ ਤਾਂ ਉਸ ਦੀ ਜਿਹੜੀ ਕੀਮਤ ਆ ਜਾਂ ਫਿਰ ਉਹਦੀ ਵੈਲਿਊ ਜਿਹੜੀ ਉਹ ਰਹਿੰਦੀ ਨਹੀਂ, ਉਹ ਖਤਮ ਹੋ ਜਾਂਦੀ ਹੈ। ਇਸ ਦੀ ਇੱਕ ਬਹੁਤ ਹੀ ਵਧੀਆ ਉਦਾਹਰਨ ਸਾਡੀ ਕਿਤਾਬ ਵਿੱਚ ਦਿੱਤੀ ਗਈ ਹੈ, ਜਿਸ ਵਿੱਚ ਸਮੀਰ ਨਾਮ ਦਾ ਲੜਕਾ ਜੋ ਕਿ ਬਹੁਤ ਹੀ ਆਲਸੀ ਹੁੰਦਾ ਹੈ, ਉਹ ਆਪਣਾ ਕੰਮ ਜਿਹੜਾ ਹਮੇਸ਼ਾ ਟਾਲਦਾ ਰਹਿੰਦਾ ਹੈ, ਪੋਸਟਪੋਨ ਕਰਦਾ ਰਹਿੰਦਾ ਹੈ। ਅਤੇ ਇੱਕ ਦਿਨ ਉਸਦੇ ਪਿਤਾ ਜੀ ਨੇ ਉਸ ਨੂੰ ਸਮਝਾਇਆ ਕਿ ਸਮੇਂ ਦੀ ਕੀਮਤ ਨੂੰ ਸਮਝੋ, ਅਤੇ ਸਮੇਂ ਦੀ ਕੀਮਤ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਤੇ ਸਮੀਰ ਨੇ ਆਪਣੇ ਪਿਤਾ ਜੀ ਦੀ ਗੱਲ ਮੰਨ ਕੇ ਉਹਨਾਂ ਨਾਲ ਇਹ ਵਾਅਦਾ ਕਰ ਲਿਆ ਕਿ ਉਹ ਅੱਗੇ ਤੋਂ ਆਪਣੇ ਕੰਮਾਂ ਨੂੰ ਕਦੀ ਵੀ ਮੁਲਤਵੀ ਨਹੀਂ ਕਰੇਗਾ, ਉਹਨਾਂ ਸਾਰੇ ਕੰਮਾਂ ਨੂੰ ਪੋਸਟਪੋਨਡ ਨਹੀਂ ਕਰੇਗਾ, ਟਾਈਮ 'ਤੇ ਹੀ ਕਰਿਆ ਕਰੇਗਾ। ਫਿਰ ਇੱਕ ਦਿਨ ਕੀ ਹੋਇਆ ਕਿ ਇੱਕ ਗਾਇਕੀ ਸਮਾਰੋਹ ਸੀ ਜਿਹਦੇ ਵਿੱਚ ਮੁਕਾਬਲਾ ਸੀ, ਉਹਦੇ ਵਿੱਚ ਉਸਨੇ ਸਮੀਰ ਨੇ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਅਤੇ ਉਸਨੇ ਉੱਥੇ ਇਨਾਮ ਜਿੱਤਿਆ। ਉਸ ਨੂੰ ਉਹ ਇਨਾਮ ਉਸੇ ਦਿਨ ਲੈਣ ਲਈ ਕਿਹਾ ਗਿਆ ਸੀ ਜਿੱਦਣ ਉਸਨੇ ਇਨਾਮ ਜਿੱਤਿਆ ਸੀ, ਪਰ ਉਸਨੇ ਆਪਣੇ ਇਸ ਚੀਜ਼ ਦੀ ਨਾ ਪਰਵਾਹ ਕਰਦੇ ਹੋਏ ਉਹ ਅੱਜ ਦਾ ਜਿਹੜਾ ਪ੍ਰਾਈਜ਼ ਸੀ ਉਸ ਦਿਨ ਦਾ ਪ੍ਰਾਈਜ਼ ਅਗਲੇ ਦਿਨ ਲੈਣ ਵਾਸਤੇ ਗਿਆ। ਉਸ ਨੂੰ ਉਹ ਉਹਨਾਂ ਦਾ ਉਸਦਾ ਪ੍ਰਾਈਜ਼ ਤਾਂ ਮਿਲ ਗਿਆ, ਪਰ ਇਹ ਪ੍ਰਾਈਜ਼ ਅੱਜ ਹੁਣ ਉਸਦੇ ਕਿਸੇ ਵੀ ਕੰਮ ਦਾ ਨਹੀਂ ਸੀ। ਕਿਉਂਕਿ ਇਸ ਇਨਾਮ ਦੇ ਵਿੱਚ ਉਸ ਲਈ ਜਿਹੜਾ ਪਿਛਲੇ ਦਿਨ ਬੀਤ ਚੁੱਕਾ ਦਿਨ ਹੈ, ਉਸ ਦਿਨ ਦੀ ਉਸ ਡੇਟ ਦੀ ਸਰਕਸ ਦੀ ਸ਼ੋਅ ਦੀ ਫ੍ਰੀ ਟਿਕਟ ਸੀ, ਜੋ ਕਿ ਅੱਜ ਹੁਣ ਉਹ ਬੀਤ ਚੁੱਕਾ ਹੈ। ਉਹ ਚਾਹ ਕੇ ਵੀ ਅੱਜ ਉਸ ਸ਼ੋਅ ਨੂੰ ਉਸ ਟਿਕਟ ਨਾਲ ਨਹੀਂ ਦੇਖ ਸਕਦਾ। ਮਤਲਬ ਕਿ ਅੱਜ ਉਸ ਫ੍ਰੀ ਟਿਕਟ ਦੀ ਕੀਮਤ ਦਾ ਕੋਈ ਮਹੱਤਵ ਨਹੀਂ ਰਿਹਾ, ਉਹ ਖਤਮ ਹੋ ਚੁੱਕਾ। ਅਗਰ ਇਹ ਉਹ ਕੱਲ੍ਹ ਲੈ ਲੈਂਦਾ ਤਾਂ ਉਸ ਟਿਕਟ ਦਾ ਮਹੱਤਵ ਸੀ, ਉਹਦੀ ਕੀਮਤ ਸੀ। ਕਹਿਣ ਦਾ ਭਾਵ ਕਿ ਕੁਝ ਕੰਮ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੇ ਹੁੰਦੇ ਆ ਕਿ ਅਗਰ ਉਹਨਾਂ ਨੂੰ ਸਹੀ ਸਮੇਂ 'ਤੇ ਨਹੀਂ ਕਰਦੇ ਜਾਂ ਨਹੀਂ ਕਰੋ ਤਾਂ ਜਿਹੜਾ ਸਾਡਾ ਸਮੇਂ ਨਹੀਂ ਕਰਦੇ ਤਾਂ ਉਹਦੀ ਕੋਈ ਵੈਲਿਊ ਨਹੀਂ ਦਿੰਦੀ। ਸਮਾਂ ਪ੍ਰਬੰਧਨ ਜਿਹੜਾ ਹੈ ਇਹ ਸਾਡੀ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੈ। ਜਿਵੇਂ ਕਿ ਜਦੋਂ ਐਗਜ਼ਾਮਪਲ ਤੌਰ 'ਤੇ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ, ਜਿਵੇਂ ਕਿ ਜੋ ਵਿਦਿਆਰਥੀ ਸਮੇਂ ਦੀ ਕੀਮਤ ਜਾਂ ਉਹਦੇ ਮਹੱਤਵ ਨੂੰ ਜਾਣਦਾ ਜਾਂ ਸਮਝਦਾ ਹੈ, ਇਹ ਆਪਣੇ ਸਮੇਂ ਦੀ ਕੀਮਤ ਨੂੰ ਜਾਣ ਕੇ ਪੜ੍ਹਾਈ ਕਰਦਾ ਹੈ, ਉਹ ਆਪਣੀ ਕਲਾਸ ਵਿੱਚ ਵਧੀਆ ਨੰਬਰ ਲੈ ਕੇ ਪਾਸ ਹੁੰਦਾ ਹੈ। ਅਤੇ ਜੋ ਵਿਦਿਆਰਥੀ ਸਮੇਂ ਦੇ ਮਹੱਤਵ ਨੂੰ ਨਾ ਸਮਝ ਕੇ ਆਪਣਾ ਬਹੁਮੁੱਲਾ ਟਾਈਮ ਜਿਹੜਾ ਹੈ ਉਹ ਵੇਸਟ ਕਰ ਦਿੰਦਾ, ਬਰਬਾਦ ਕਰ ਦਿੰਦਾ, ਅਤੇ ਆਖਰ ਵਿੱਚ ਉਸ ਨੂੰ ਕੀ ਹੈ, ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਹੈ ਜਾਂ ਫਿਰ ਉਸਦੇ ਅਸਫਲਤਾ ਹੀ ਹੱਥ ਲੱਗਦੀ ਹੈ। ਬੱਚੋ, ਤੁਸੀਂ ਸੁਣਿਆ ਹੋਵੇਗਾ ਕਿ ਸਮੇਂ ਬਹੁਮੁੱਲਾ ਹੁੰਦਾ ਹੈ। ਬਹੁਮੁੱਲਾ ਮਤਲਬ ਜਿਸ ਦਾ ਕੋਈ ਵੀ ਮੁੱਲ ਨਹੀਂ। ਮਤਲਬ ਕੀ ਹੈ, ਅਗਰ ਸਮੇਂ ਦਾ ਇੱਕ ਦਿਨ, ਘੰਟਾ, ਮਿੰਟ ਜਾਂ ਸੈਕਿੰਡ ਇੱਕ ਵਾਰੀ ਬੀਤ ਜਾਂਦਾ ਹੈ, ਉਹ ਕਦੀ ਵਾਪਸ ਹੱਥ ਨਹੀਂ ਆਉਂਦਾ। ਤੁਸੀਂ ਕਦੀ ਦੇਖਿਆ ਹੋਵੇ, ਘੜੀ ਵੱਲ ਦੇਖਿਓ ਕਿ ਘੜੀ ਇੱਕ ਸੈਕਿੰਡ ਵਾਲੀ ਸੂਈ ਹੈ, ਅਗਰ ਇੱਕ ਵਾਰ ਟੱਕ ਬੋਲ ਜਾਂਦੀ ਹੈ, ਨਿਕਲ ਜਾਂਦੀ ਹੈ ਅੱਗੇ, ਉਹ ਵਾਪਸ ਰਿਵਰਸ ਕਦੀ ਨਹੀਂ ਹੁੰਦੀ। ਮਤਲਬ ਕਿ ਇੱਕ ਸੈਕਿੰਡ ਨਿਕਲ ਗਿਆ, ਅੱਜ ਤੱਕ ਸਮੇਂ ਕਦੀ ਵੀ ਵਾਪਸ ਨਹੀਂ ਮੁੜਿਆ, ਨਾ ਹੀ ਮੁੜਦਾ ਹੈ। ਇਸ ਲਈ ਸਾਨੂੰ ਸਮੇਂ ਦੀ ਜਿਹੜੀ ਕੀਮਤ ਆ ਉਸ ਨੂੰ ਸਮਝਣਾ ਚਾਹੀਦਾ ਹੈ। ਜੋ ਵਿਅਕਤੀ ਸਮੇਂ ਦੀ ਕੀਮਤ ਨੂੰ ਸਮਝਦੇ ਨੇ ਉਹ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਂਦੇ ਨੇ। ਜੋ ਵਿਅਕਤੀ ਜ਼ਿੰਦਗੀ ਵਿੱਚ ਸਮੇਂ ਦੀ ਕੀਮਤ ਨੂੰ ਨਹੀਂ ਸਮਝਦੇ, ਉਹਦਾ ਮਹੱਤਵ ਨਹੀਂ ਸਮਝਦੇ, ਉਹ ਜ਼ਿੰਦਗੀ ਵਿੱਚ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ। ਹੁਣ ਇਸ ਤੋਂ ਅੱਗੇ ਅਸੀਂ ਚੱਲੀਏ ਤਾਂ ਅਸੀਂ ਸਮੇਂ ਪ੍ਰਬੰਧਨ ਦੀ ਉਦਾਹਰਨ ਇੱਕ ਲੈਣੀ ਹੈ ਅਤੇ ਇੱਕ ਸਮੇਂ ਪ੍ਰਬੰਧਨ ਦੀ ਗੈਰ ਉਦਾਹਰਨ ਲੈਣੀ ਹੈ। ਸਭ ਤੋਂ ਪਹਿਲਾਂ ਅਸੀਂ ਲੈਣੇ ਸਮੇਂ ਪ੍ਰਬੰਧਨ ਦੀ ਉਦਾਹਰਨ। ਇਹ ਜਿਹੜੀ ਉਦਾਹਰਨ ਆ ਸਾਡੀ ਬੁੱਕ ਵਿੱਚ ਵੀ ਦਿੱਤੀ ਹੋਈ ਹੈ ਕਿ ਸਮੀਰਾ ਨਾਮ ਦੀ ਇੱਕ ਲੜਕੀ ਹੈ ਜੋ ਕਿ ਸਮੇਂ ਦੀ ਬਹੁਤ ਪਾਬੰਦ ਹੈ। ਉਹ ਸਕੂਲ ਸਮੇਂ ਸਿਰ ਪਹੁੰਚਦੀ ਹੈ ਅਤੇ ਆਪਣਾ ਕੰਮ ਵੀ ਸਮੇਂ ਸਿਰ ਹੀ ਕਰਦੀ ਹੈ। ਭਾਵ ਕਿ ਉਸਦਾ ਸਭ ਕੁਝ ਪਹਿਲਾਂ ਹੀ ਤੈਅ ਹੁੰਦਾ ਕਿ ਉਸਨੇ ਰੋਜ਼ ਕਰਨਾ ਕੀ ਹੁੰਦਾ। ਅਤੇ ਅੱਜ ਉਹ ਹੁਣ ਅਧਿਐਨ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਸਮੇਂ ਤੋਂ ਪਹਿਲਾਂ ਉਹ ਕੀ ਕਰਨਾ, ਸਮੇਂ ਤੋਂ ਪਹਿਲਾਂ ਖੇਲੇਗੀ। ਅਤੇ ਇਸ ਦੇ ਉਲਟ ਵਿੱਚ ਦੇਖਿਆ ਜਾਵੇ ਸਮੇਂ ਪ੍ਰਬੰਧ ਦੀ ਗੈਰ ਉਦਾਹਰਨ ਦੇਖਿਆ ਜਾਵੇ ਤਾਂ ਦੂਸਰੀ ਲੜਕੀ ਹੈ ਜਿਹਦਾ ਨਾਮ ਨਿਸ਼ਾ ਹੈ, ਜੋ ਕਿ ਆਪਣੇ ਕੰਮ 'ਤੇ ਕਦੀ ਵੀ ਦੇਰੀ ਨਾਲ ਪਹੁੰਚਦੀ ਹੈ, ਆਪਣਾ ਕੰਮ ਦੇਰੀ ਨਾਲ ਕਰਦੀ ਹੈ, ਉਹ ਆਪਣਾ ਅਸਾਈਨਮੈਂਟ ਵੀ ਸਮੇਂ 'ਤੇ ਪੇਸ਼ ਨਹੀਂ ਕਰਦੀ, ਉਹ ਕਈ ਵਾਰ ਕੁਝ ਖਾਸ ਗਤੀਵਿਧੀਆਂ 'ਤੇ ਚੁੱਕ ਵੀ ਜਾਂਦੀ ਹੈ ਅਤੇ ਆਪਣੇ ਜਿਹੜੇ ਮੁੱਖ ਕੰਮ ਉਹ ਵੀ ਭੁੱਲ ਜਾਂਦੀ ਹੈ। ਕਹਿਣ ਦਾ ਮਤਲਬ ਕੀ ਆ, ਇੱਥੇ ਦੋਵੇਂ ਲੜਕੀਆਂ ਦੀਆਂ ਉਦਾਹਰਨਾਂ ਜੋ ਦਿੱਤੀਆਂ ਗਈਆਂ ਹਨ, ਇਹ ਦੋਵੇਂ ਹੀ ਇੱਕ ਦੂਜੇ ਦੇ ਵਿਪਰੀਤ ਹਨ, ਉਲਟ ਹਨ। ਇੱਕ ਹਰ ਕੰਮ ਨੂੰ
ਸਮੇਂ ਸਾਰਣੀ ਦੇ ਮੁਤਾਬਿਕ ਸਮੇਂਬੱਧ ਸਮੇਂ ਦੇ ਤਰੀਕੇ ਨਾਲ ਕਰਦੀ ਹੈ। ਤੇ ਦੂਸਰੀ ਜਿਹੜੀ ਲੜਕੀ ਹੈ ਉਹ ਆਪਣਾ ਕੋਈ ਵੀ ਉਹਦੇ ਕੋਲ ਟਾਈਮ ਟੇਬਲ ਨਹੀਂ, ਕੋਈ ਸਮੇਂ ਸਾਰਣੀ ਨਹੀਂ ਹੈ, ਅਤੇ ਇਸ ਕਰਕੇ ਲਈ ਉਸਦਾ ਕੋਈ ਵੀ ਕੰਮ ਸਹੀ ਟਾਈਮ ਦੇ ਉੱਤੇ ਕੰਪਲੀਟ ਨਹੀਂ ਹੁੰਦਾ, ਕਿਉਂਕਿ ਉਹ ਸਮੇਂ ਨੂੰ ਮੈਨੇਜ ਕਰਕੇ ਨਹੀਂ ਚੱਲਦੀ। ਭਾਵ ਕਿ ਦੇਖਿਆ ਜਾਵੇ ਤਾਂ ਸਮੇਂ ਜਿਹੜਾ ਪ੍ਰਬੰਧਨ ਹੈ ਨਾ, ਇੱਕ ਸੋਚਣ ਦੀ ਯੋਗਤਾ ਹੈ, ਸੋਚਣ ਦੀ ਯੋਗਤਾ ਹੈ, ਜੋ ਕਿ ਤੁਹਾਡੀ ਮਦਦ ਕਰਦੀ ਹੈ ਕਿ ਤੁਸੀਂ ਆਪਣਾ ਕੰਮ ਜੋ ਟਾਸਕ ਹੈ ਸਮੇਂ ਸਿਰ ਪੂਰਾ ਕਰੋ। ਹਰ ਰੋਜ਼ ਇੱਕ ਸਮੇਂ ਸਾਰਣੀ ਬਣਾਓ। ਸਾਨੂੰ ਰੋਜ਼ ਇੱਕ ਸਮੇਂ ਸਾਰਣੀ ਆਪਣੇ ਮਹੱਤਵਪੂਰਨ ਟਾਸਕ ਆ ਉਹ ਸਮੇਂ ਸਿਰ ਪੂਰਾ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਉਹਨੂੰ ਪੋਸਟਪੋਨ ਨਹੀਂ ਕਰਨਾ ਚਾਹੀਦਾ, ਆਲਸ ਨਹੀਂ ਵਰਤਣੀ ਚਾਹੀਦੀ। ਦੂਜਾ, ਹਰ ਰੋਜ਼ ਸਾਨੂੰ ਸਮੇਂ ਸਾਰਣੀ ਬਣਾਉਣੀ ਚਾਹੀਦੀ, ਇੱਕ ਟਾਈਮ ਟੇਬਲ ਬਣਾਉਣਾ ਚਾਹੀਦਾ ਹੈ ਕਿ ਕਿਹੜਾ ਕੰਮ ਕਿੰਨੇ ਵਜੇ ਕਰਨਾ ਹੈ ਅਤੇ ਕਿੰਨੇ ਟਾਈਮ ਦੇ ਕਰਨਾ ਹੈ। ਅਤੇ ਉਸ ਤੋਂ ਬਾਅਦ ਵਿੱਚ ਇੱਕ ਸਹੀ ਅੰਦਾਜ਼ਾ ਲਗਾਓ ਕਿ ਤੁਸੀਂ ਜੋ ਕੰਮ ਕਰਨਾ ਚਾਹੁੰਦੇ ਹੋ ਜਾਂ ਕੰਮ ਕਰਨਾ ਹੈ ਉਸ ਕੰਮ ਨੂੰ ਕਰਨ ਵਿੱਚ ਕਿੰਨਾ ਸਮਾਂ ਲੱਗੇਗਾ, ਕਿ ਜਿਹੜਾ ਤੁਸੀਂ ਕੰਮ ਕਰਨਾ ਜਾਂ ਪਲਾਨ ਕੀਤਾ ਹੈ ਕਿ ਉਹ ਕਿੰਨਾ ਕੁ ਵੱਡਾ ਕੰਮ ਆ, ਉਹਨੂੰ ਕਿੰਨਾ ਟਾਈਮ ਲੱਗੇਗਾ, ਉਸ ਨੂੰ ਫਿਰ ਸਮੇਂ ਦੇ ਹਿਸਾਬ ਨਾਲ ਉਸਦੀ ਡਿਸਟਰੀਬਿਊਸ਼ਨ ਜਾਂ ਵੰਡ ਕਰੋ। ਫਿਰ ਕੀ ਆ, ਆਪਣੇ ਹਰ ਅਸਾਈਨਮੈਂਟ 'ਤੇ ਹੋਮਵਰਕ ਨੂੰ ਸਮੇਂ ਸਿਰ ਭੇਜੋ। ਤੁਸੀਂ ਜਿਹੜਾ ਵੀ ਆਪਣਾ ਕੰਮ ਕਰਦੇ ਆ ਉਸਨੂੰ ਰੋਜ਼ ਦੇ ਰੋਜ਼ ਅਗਰ ਹੋਮਵਰਕ ਨੂੰ ਜਾਂ ਅਸਾਈਨਮੈਂਟ ਨੂੰ ਭੇਜੋਗੇ, ਤੁਹਾਡਾ ਕੰਮ ਆਸਾਨ ਹੋ ਜਾਏਗਾ। ਤਾਂ ਸਮੇਂ ਸਿਰ ਭੇਜਣ 'ਤੇ ਹੀ ਉਹਦੀ ਵੈਲਿਊ ਹੈ। ਜੇ ਤੁਸੀਂ ਸਮੇਂ ਸਿਰ ਨਹੀਂ ਭੇਜੋਗੇ ਤੁਸੀਂ ਪਨਿਸ਼ਮੈਂਟ ਖਾਓਗੇ। ਉਸ ਤੋਂ ਬਾਅਦ ਵੀ ਕੀ ਆ, ਦਿਨ ਦੇ ਸਮੇਂ ਆਪਣਾ ਸਮੇਂ ਬਰਬਾਦ ਨਾ ਕਰੋ। ਇਹ ਨਹੀਂ ਕਰਨਾ ਕਿ ਦਿਨ ਦੇ ਸਮੇਂ ਯਾਰ ਮੈਂ ਹੁਣ ਦਿਨ ਮੇਰੇ ਤੋਂ ਹੈਗਾ, ਮੈਂ ਇਹ ਕੰਮ ਛੱਡ ਯਾਰ ਰਾਤ ਨੂੰ ਕਰ ਲਊਂਗਾ ਅਤੇ ਦਿਨੇ ਮੈਂ ਖੇਡ ਲਵਾਂ, ਜੋ ਕੋਈ ਐਕਸਟਰਾ ਇੱਦਾਂ ਦਾ ਕੰਮ ਕਰ ਲਵਾਂ। ਨਹੀਂ, ਜਿਹੜੇ ਕੰਮ ਆ ਉਹਨੂੰ ਕੰਪਲੀਟ ਕਰੋ। ਜੋ ਬਚਦਾ ਸਮੇਂ ਉਹਦੇ ਵਿੱਚ ਆਪਣੇ ਇੰਟਰਟੇਨਮੈਂਟ ਜਾਂ ਐਕਸਟਰਾ ਐਕਟੀਵਿਟੀ ਵਾਸਤੇ ਟਾਈਮ ਕੱਢੋ। ਇਸ ਤੋਂ ਅੱਗੇ ਆਉਂਦਾ ਹੈ, ਦੇਖੀਏ ਤਾਂ ਇੱਕ ਪ੍ਰਭਾਵੀ ਸਮਾਂ ਪ੍ਰਬੰਧਨ ਲਈ 4 ਕਦਮ ਜਿਹੜੇ ਆ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਆ ਕਿ ਜਿਹੜੇ ਪ੍ਰਭਾਵੀ ਸਮਾਂ ਪ੍ਰਬੰਧਨ ਲਈ ਚੁੱਕੇ ਜਾਣ ਵਾਲੇ 4 ਕਦਮ ਹੁੰਦੇ ਆ ਕਿ ਸਾਨੂੰ ਕੀ ਆ, ਪ੍ਰਭਾਵੀ ਸਮਾਂ ਪ੍ਰਬੰਧਨ ਲਈ ਇੱਕ ਖਾਕਾ ਤਿਆਰ ਕਰ ਲੈਣਾ ਚਾਹੀਦਾ, ਜਿਸ ਵਿੱਚ ਕਿ ਪਹਿਲੇ ਨੰਬਰ 'ਤੇ ਕੀ ਆਉਂਦਾ ਹੈ ਸੰਗਠਿਤ, ਜਾਂ ਫਿਰ ਉਹਨੂੰ ਔਰਗਨਾਈਜ਼ ਵੀ ਕਹਿ ਦਿੰਦੇ ਨੇ। ਤੁਸੀਂ ਪਿਕਚਰ ਵਿੱਚ ਵੀ ਦੇਖ ਰਹੇ ਹੋਵੋਗੇ ਕਿ ਇਸ ਵਿੱਚ ਸਾਨੂੰ ਕੀ ਕਰਨਾ ਚਾਹੀਦਾ। ਇਸ ਵਿੱਚ ਆਉਂਦਾ ਕਿ ਆਪਣੇ ਪੂਰੇ ਦਿਨ ਦੀ ਜਿਹੜੀ ਯੋਜਨਾ ਉਹ ਅਸੀਂ ਬਣਾਉਂਦੇ ਹਾਂ ਇਹਦੇ ਵਿੱਚ, ਅਤੇ ਜੋ ਅਸੀਂ ਅੱਜ ਦੇ ਦਿਨ ਵਿੱਚ ਆਪਣੀਆਂ ਗਤੀਵਿਧੀਆਂ ਜਾਂ ਜੋ ਕੰਮ ਕਰਨੇ ਹਾਂ ਉਹਨਾਂ ਦਾ ਅਸੀਂ ਇਹਦੇ ਵਿੱਚ ਵੇਰਵਾ ਰੱਖਦੇ ਹਾਂ। ਅਸੀਂ ਸਮੇਂ ਸਾਰਣੀ ਦੀ ਪਾਲਣਾ ਕਰਦੇ ਹਾਂ। ਇਹਦੇ ਵਿੱਚ ਆਉਂਦਾ ਨੰਬਰ 1 ਸਮੇਂ ਸਾਰਣੀ ਦੀ ਪਾਲਣਾ ਕਰਦੇ। ਜਿਹੜਾ ਸਮੇਂ ਸਾਰਣੀ ਬਣਾਈ ਉਹ ਆ ਜਾਂ ਟਾਈਮ ਟੇਬਲ ਬਣਾਇਆ ਉਹਦੀ ਅਸੀਂ ਪਾਲਣਾ ਕਰਨੀ। ਇਹ ਨਹੀਂ ਕਿ ਟਾਈਮ ਟੇਬਲ ਬਣਾ ਲਿਆ ਉਹਦੇ ਮੁਤਾਬਕ ਕੰਮ ਨਹੀਂ ਕੀਤਾ। ਨਹੀਂ, ਟਾਈਮ ਟੇਬਲ ਬਣਾਇਆ ਤਾਂ ਉਹਦੇ ਮੁਤਾਬਕ ਕੰਮ ਵੀ ਕਰਨਾ। ਅਸੀਂ ਆਪਣਾ ਆਲਾ ਦੁਆਲਾ ਸਾਫ਼ ਅਤੇ ਗੜਬੜ ਤੋਂ ਮੁਕਤ ਰੱਖਦੇ ਹਾਂ। ਮਤਲਬ ਕਿ ਤੁਸੀਂ ਆਪਣਾ ਜਿੱਥੇ ਰਹਿਣ ਸਹਿਣ ਤੋਂ ਰਹਿੰਦੇ ਉਦੋਂ ਆਪਣੇ ਸਾਫ਼ ਸੁਥਰਾ ਅਤੇ ਉੱਥੇ ਕੋਈ ਵੀ ਕਿਸ ਤਰ੍ਹਾਂ ਦੀ ਗੜਬੜ ਤੋਂ ਉਹਨੂੰ ਮੁਕਤ ਰੱਖਦੇ ਹੋ। ਅਸੀਂ ਉਹਨਾਂ ਚੀਜ਼ਾਂ ਨੂੰ ਠੀਕ ਉੱਥੇ ਹੀ ਰੱਖਦੇ ਹਾਂ ਜਿੱਥੇ ਉਹਨਾਂ ਦੀ ਜਗ੍ਹਾ ਹੁੰਦੀ ਹੈ। ਮਤਲਬ ਕਿ ਜਿਹੜੀਆਂ ਚੀਜ਼ਾਂ ਦੀ ਜਿੱਥੇ ਜਗ੍ਹਾ ਆ ਸਾਨੂੰ ਉੱਥੇ ਹੀ ਰੱਖਣੀਆਂ ਚਾਹੀਦੀਆਂ। ਜੇ ਅਸੀਂ ਉਹਨਾਂ ਦੀ ਜਗ੍ਹਾ ਬਦਲ ਕੇ ਉਹਨਾਂ ਚੀਜ਼ਾਂ ਨੂੰ ਦੂਸਰੀ ਜਗ੍ਹਾ 'ਤੇ ਜਾਂ ਕਿਸੇ ਹੋਰ ਜਗ੍ਹਾ 'ਤੇ ਰੱਖ ਦਿੰਦੇ ਹਾਂ ਤਾਂ ਜਦੋਂ ਸਾਨੂੰ ਉਸ ਚੀਜ਼ ਦੀ ਜ਼ਰੂਰਤ ਪੈਂਦੀ ਹੈ ਤਾਂ ਸਾਨੂੰ ਉਸ ਨੂੰ ਲੱਭਣ ਵਾਸਤੇ ਫਿਰ ਐਕਸਟਰਾ ਸਮੇਂ ਬਰਬਾਦ ਕਰਨਾ ਪੈਂਦਾ ਹੈ। ਅਤੇ ਇਸ ਕਰਕੇ ਲਈ ਜਿਹੜੀ ਚੀਜ਼ ਦੀ ਜਿੱਥੇ ਜਗ੍ਹਾ ਉਹਨੂੰ ਅਗਰ ਉੱਥੇ ਰੱਖਦੇ ਹਾਂ ਤਾਂ ਤੁਹਾਨੂੰ ਪਤਾ ਹੁੰਦਾ ਕਿ ਉਹ ਚੀਜ਼ ਉੱਥੇ ਪਈ, ਤੁਸੀਂ ਜਾਂਦੇ ਹਾਂ ਫਟਕ ਉਹ ਚੀਜ਼ ਚੱਕ ਲੈਂਦੇ ਹਾਂ ਅਤੇ ਉਸ ਨੂੰ ਇਸਤੇਮਾਲ ਕਰ ਲੈਂਦੇ ਹਾਂ, ਅਤੇ ਇਸ ਨਾਲ ਸਾਡੀ ਜਿਹੜੀ ਸਮੇਂ ਦੀ ਬੱਚਤ ਹੁੰਦੀ ਹੈ। ਅਤੇ ਉਸ ਤੋਂ ਅੱਗੇ ਆ ਗਿਆ ਤਰਜੀਹ ਦੇਣਾ। ਮਤਲਬ ਕੀ ਆ, ਇਸ ਵਿੱਚ ਅਸੀਂ ਇੱਕ ਸੂਚੀ ਬਣਾਉਂਦੇ ਹਾਂ ਜਿਸ ਵਿੱਚ ਸਾਡੀਆਂ ਸਾਰੀਆਂ ਗਤੀਵਿਧੀਆਂ ਹੁੰਦੀਆਂ ਹਨ ਅਤੇ ਅਸੀਂ ਉਹਨਾਂ ਦੀ ਮਹੱਤਤਾ ਦੇ ਅਨੁਸਾਰ ਹੀ ਕ੍ਰਮ ਦਿੰਦੇ ਹਾਂ। ਮਤਲਬ ਕੀ ਆ, ਉਦਾਹਰਨ ਦੇ ਤੌਰ 'ਤੇ ਮੰਨ ਲਓ ਕਿ ਹੋਮਵਰਕ ਕਰਨਾ ਸਾਡਾ ਸਭ ਤੋਂ ਜ਼ਰੂਰੀ ਕੰਮ ਹੈ। ਸਟੂਡੈਂਟ ਵਾਸਤੇ ਇਹੀ ਹੈ ਨਾ ਕਿ ਹੋਮਵਰਕ ਕਰਨਾ ਸਭ ਤੋਂ ਸਾਡਾ ਜ਼ਰੂਰੀ ਕੰਮ ਹੈ। ਇਸ ਤਰ੍ਹਾਂ ਸਾਨੂੰ ਜ਼ਰੂਰੀ ਕੰਮ ਪਹਿਲਾਂ ਕਰਨ ਵਿੱਚ ਸਹਾਇਤਾ ਕਰਦਾ ਹੈ। ਮਤਲਬ ਅਗਰ ਅਸੀਂ ਕਿਸੇ ਦੀ ਚੀਜ਼ ਨੂੰ ਤਰਜੀਹ ਦਿੰਦੇ ਹਾਂ ਕਿ ਹਾਂ ਵੀ ਇੱਕ ਸੂਚੀ ਬਣਾ ਲੈਂਦੇ ਕਿ ਵੀ ਆਹ ਬਿਲਕੁਲ ਇੰਪੋਰਟੈਂਟ ਕੰਮ ਆ, ਪਹਿਲਾ ਨੰਬਰ 'ਤੇ ਅਰਜੈਂਟ ਹੈ, ਇੰਪੋਰਟੈਂਟ ਆ, ਤੋਂ ਪਹਿਲਾਂ ਕਰਨਾ ਹੈ। ਜਿੱਦਾਂ ਕਿ ਹੋਮਵਰਕ ਆ ਸਾਡਾ ਸਭ ਤੋਂ ਪਹਿਲਾਂ ਹੋਮਵਰਕ ਪਹਿਲਾ ਕੰਮ ਆ, ਖੇਲਣਾ TV ਦੇਖਣਾ ਬਾਅਦ ਦਾ ਕੰਮ। ਠੀਕ ਹੈ, ਅਤੇ ਸਾਨੂੰ ਇਸ ਨਾਲ ਕੀ ਹੁੰਦਾ, ਅਗਰ ਅਸੀਂ ਤਰਜੀਹ ਕਿਸੇ ਚੀਜ਼ ਨੂੰ ਦਿੰਦੇ ਹਾਂ ਤਾਂ ਉਹਦੇ ਨਾਲ ਸਾਨੂੰ ਕੀ ਫਰਕ ਪੈਂਦਾ ਕਿ ਸਾਨੂੰ ਆਪਣੇ ਜ਼ਰੂਰੀ ਕੰਮ ਜਿਹੜੇ ਪਹਿਲਾਂ ਕਰਨ ਵਿੱਚ ਸਹਾਇਤਾ ਕਰਦਾ ਹੈ, ਜੋ ਕਿ ਸਭ ਤੋਂ ਪਹਿਲਾਂ ਮਹੱਤਵਪੂਰਨ ਹੁੰਦੇ ਨੇ ਬਾਕੀ ਕੰਮਾਂ ਦੇ ਮੁਕਾਬਲੇ। ਭਾਵ ਕਿ ਸਾਨੂੰ ਇੱਕ ਖਾਕਾ ਤਿਆਰ ਕਰ ਲੈਣਾ ਚਾਹੀਦਾ ਹੈ ਜਿਸ ਵਿੱਚ ਪਹਿਲੇ ਨੰਬਰ 'ਤੇ ਜਿਹੜੇ ਮੋਸਟ ਇੰਪੋਰਟੈਂਟ ਔਰ ਅਰਜੈਂਟ ਕੰਮ ਸ਼ਾਮਿਲ ਕਰਨੇ ਚਾਹੀਦੇ ਹਨ। ਜਿਵੇਂ ਕਿ ਸਾਡਾ ਹੋਮਵਰਕ ਹੋ ਗਿਆ ਵੀ ਅਸੀਂ ਹੋਮਵਰਕ ਆ ਉਹ ਬਿਲਕੁਲ ਇੰਪੋਰਟੈਂਟ ਕੰਮ ਆ, ਮੋਸਟ ਇੰਪੋਰਟੈਂਟ ਅਰਜੈਂਟ ਵੀ ਹੈ ਕਿ ਸਾਨੂੰ ਸਭ ਤੋਂ ਪਹਿਲਾਂ ਉਹ ਕਰਨਾ ਚਾਹੀਦਾ। ਜਾਂ ਫਿਰ ਐਗਜ਼ਾਮਪਲ ਲੈ ਲਓ ਕਿ ਮੰਨ ਲਓ ਤੁਸੀਂ ਬਿਜਲੀ ਦਾ ਬਿੱਲ ਉਤਾਰਨਾ ਆ,
ਅੱਜ ਲਾਸਟ ਡੇਟ ਹੈ, ਹਾਫ ਡੇ ਹੈ, ਅਗਰ ਤੁਸੀਂ ਬਿਜਲੀ ਦਾ ਬਿੱਲ ਨਹੀਂ ਤਾਰਦੇ ਤਾਂ ਤੁਹਾਨੂੰ ਪੈਨਲਟੀ ਲੱਗ ਜਾਏਗੀ। ਉਹ ਤੁਹਾਡੇ ਲਈ ਮੋਸਟ ਇੰਪੋਰਟੈਂਟ ਉਹ ਅਰਜੈਂਟ ਹੋ ਜਾਂਦਾ ਹੈ। ਅਤੇ ਇਹਦੇ ਵਿੱਚ ਅਗਰ ਦੂਜੇ ਨੰਬਰ 'ਤੇ ਦੇਖੀਏ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਨੋਟ ਅਰਜੈਂਟ ਬਟ ਇੰਪੋਰਟੈਂਟ, ਮਤਲਬ ਕੀ ਆ ਕੁਛ ਕੰਮ ਇੱਦਾਂ ਦੇ ਹੁੰਦੇ ਆ ਕਿ ਜਿਹੜੇ ਅਰਜੈਂਟ ਕਰਨ ਦੀ ਜ਼ਰੂਰਤ ਨਹੀਂ ਹੁੰਦੀ, ਇੰਪੋਰਟੈਂਟ ਜ਼ਰੂਰ ਹੁੰਦੇ ਆ। ਸਪੋਜ਼ ਕਰੋ ਬਿਜਲੀ ਦੀ ਬਿੱਲ ਦੀ ਦੂਜੀ ਉਦਾਹਰਨ ਲੈਂਦੇ ਹਾਂ ਕਿ ਬਿਜਲੀ ਦਾ ਬਿੱਲ ਅੱਜ ਅਗਰ ਤਾਂ ਸਾਡੇ ਕੋਲ ਮੰਨ ਲਓ ਟਾਈਮ ਮਿਲ ਗਿਆ ਕਿ ਸਾਨੂੰ ਹਜੇ 3 ਦਿਨ ਸਾਡੇ ਕੋਲ ਸਮਾਂ ਹੈਗਾ ਆ ਕਿ ਬਿਜਲੀ ਦਾ ਬਿੱਲ ਤਾਰਨ ਵਾਸਤੇ, ਅਤੇ ਅਸੀਂ ਅਗਰ ਉਸ ਨੂੰ ਅੱਜ ਨਹੀਂ ਵੀ ਤਾਰਦੇ ਕੱਲ੍ਹ ਤਾਰ ਸਕਦੇ ਹਾਂ ਜਾਂ ਪਰਸੋਂ ਤਾਰ ਸਕਦੇ ਹਾਂ। ਇੰਪੋਰਟੈਂਟ ਤਾਂ ਹੈਗਾ ਕਿਉਂਕਿ ਅਸੀਂ ਨਹੀਂ ਤਾਰਾਂਗੇ ਸਾਡੇ 'ਤੇ ਪੈਨਲਟੀ ਪੈਣੀ ਹੈ, ਲੇਕਿਨ ਅਰਜੈਂਟ ਨਹੀਂ ਹੈ ਕਿ ਅੱਜ ਹੀ ਤਾਰਨਾ, ਕਿਉਂਕਿ ਸਾਡੇ ਕੋਲ ਸਮੇਂ 2 ਦਿਨ ਦਾ ਬਾਕੀ ਹੈ। ਇੱਦਾਂ ਦੀਆਂ ਚੀਜ਼ਾਂ ਨੂੰ ਅਸੀਂ ਦੂਜੇ ਨੰਬਰ 'ਤੇ ਰੱਖ ਲੈਂਦੇ ਹਾਂ। ਅਤੇ ਤੀਜੇ ਨੰਬਰ 'ਤੇ ਨੋਟ ਇੰਪੋਰਟੈਂਟ ਔਰ ਨੋਟ ਅਰਜੈਂਟ, ਮਤਲਬ ਕੋਈ ਚੀਜ਼ਾਂ ਤਾਂ ਨਹੀਂ, ਨਾ ਤਾਂ ਜ਼ਿਆਦਾ ਇੰਪੋਰਟੈਂਟ ਹੁੰਦੀਆਂ ਉਹ ਨਾ ਹੀ ਅਰਜੈਂਟ ਹੁੰਦੀਆਂ। ਮਤਲਬ ਕੋਈ ਕੰਮ ਇੱਦਾਂ ਦੇ ਕਿ ਅਸੀਂ ਉਹਦਾ ਕੋਈ ਟਾਈਮ ਲਿਮਿਟ ਨਹੀਂ ਕਿ ਜੀ ਹੁਣੇ ਹੀ ਕਰਨਾ ਜਾਂ ਇਹਦੇ ਨਾਲ ਸਾਨੂੰ ਪੈਨਲਟੀ ਪੈ ਜਾਣੀ ਜਾਂ ਕੁਛ ਹੋ ਜਾਣਾ, ਠੀਕ ਹੈ। ਅਤੇ ਤੁਸੀਂ ਅੱਜ ਅਗਰ ਨਹੀਂ ਵੀ ਕਰ ਸਕਦੇ, ਅੱਜ ਨਹੀਂ ਕੱਲ੍ਹ ਨੂੰ ਕਰ ਲਓ, ਪਰਸੋਂ ਨੂੰ ਕਰ ਲਓ, ਮਤਲਬ ਕਿ ਇਹਨੂੰ ਅਸੀਂ ਤੀਜੀ ਸ਼੍ਰੇਣੀ ਵਿੱਚ ਰੱਖ ਲੈਂਦੇ ਹਾਂ। ਚੌਥੇ ਨੰਬਰ 'ਤੇ ਕੀ ਆ, ਨੋਟ ਇੰਪੋਰਟੈਂਟ ਨੋਟ ਅਰਜੈਂਟ ਓਨਲੀ ਫॉर ਟਾਈਮ ਪਾਸ। ਕਹਿਣ ਦਾ ਮਤਲਬ ਕਿ ਜਿੱਦਾਂ ਸੋਸ਼ਲ ਮੀਡੀਆ ਦੀ ਅਸੀਂ ਆਪਣਾ ਚੈਟ ਕਰੀ ਦੀ ਆ ਜਾਂ ਵਰਤੋਂ ਕਰੀ ਦੀ ਆ, ਸਾਡੇ ਇੰਨਾ ਕੋਈ ਜ਼ਿਆਦਾ ਇੰਪੋਰਟੈਂਟ ਨਹੀਂ ਹੁੰਦਾ। ਜੇ ਅਸੀਂ ਨਹੀਂ ਵੀ ਕਰਾਂਗੇ ਤਾਂ ਸਾਡਾ ਕੋਈ ਕੰਮ ਉਹਦੇ ਬਿਨਾਂ ਰੁਕ ਨਹੀਂ ਰਿਹਾ। ਕਹਿਣ ਦਾ ਮਤਲਬ ਕੀ ਆ, ਉਹਨੂੰ ਅਸੀਂ ਚੌਥੇ ਗ੍ਰੇਡ ਵਿੱਚ ਰੱਖਾਂਗੇ ਜਿਹਦੀ ਮਤਲਬ ਸਾਡੀ ਜ਼ਿੰਦਗੀ ਉਹ ਜ਼ਿਆਦਾ ਇੰਪੋਰਟੈਂਸ ਨਹੀਂ ਹੈ। ਇੰਪੋਰਟੈਂਟ ਤਾਂ ਹੈ, ਇੰਪੋਰਟੈਂਟ ਦਾ ਮਤਲਬ ਨਹੀਂ ਅਰਜੈਂਟ ਨਹੀਂ ਹੈ, ਨਾ ਜ਼ਿਆਦਾ ਇੰਪੋਰਟੈਂਟ ਬਾਕੀ ਕੰਮਾਂ ਦੇ ਮੁਕਾਬਲੇ। ਫਿਰ ਅਗੇ ਸਟੈਪ ਨੰਬਰ 3 ਨਿਯੰਤਰਣ, ਜਿਹਨੂੰ ਅਸੀਂ ਕੰਟਰੋਲ ਕਹਿ ਦਿੰਦੇ ਹਾਂ। ਇਹਦੇ ਵਿੱਚ ਕੀ ਆ ਕਿ ਸਾਡੇ ਕੋਲ ਸਾਡੀਆਂ ਜਿਹੜੀਆਂ ਗਤੀਵਿਧੀਆਂ ਅਤੇ ਸਮੇਂ ਉੱਤੇ ਕੰਟਰੋਲ ਹੋਣਾ ਚਾਹੀਦਾ ਹੈ। ਸਾਨੂੰ ਮਤਲਬ ਫੋਨ ਜਾਂ ਆਪਣੀ ਸਰਫਿੰਗ ਗਪਸ ਜਿਹੜੀ ਸਾਈਟਾਂ 'ਤੇ ਅਸੀਂ ਸਮੇਂ ਬਤੀਤ ਕਰਦੇ ਹਾਂ, ਬਰਬਾਦ ਕਰਦੇ ਹਾਂ, ਉਹ ਨਹੀਂ ਕਰਨਾ ਚਾਹੀਦਾ, ਬਲਕਿ ਹੋਰ ਮਹੱਤਵਪੂਰਨ ਚੀਜ਼ਾਂ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਆਪਣੇ ਆਪ ਦੇ ਮਤਲਬ ਕੰਟਰੋਲ ਰੱਖਣਾ ਚਾਹੀਦਾ। ਇਸ ਤੋਂ ਅੱਗੇ ਆ ਗਿਆ ਟਰੈਕ ਜਾਂ ਫਿਰ ਜਾਣਨਾ, ਇਹਨੂੰ ਕਹਿ ਦਿੰਦੇ ਹਾਂ। ਜਾਣਨਾ ਮਤਲਬ ਭਾਵ ਇੱਥੇ ਕੀ ਹੈ, ਟਰੈਕ ਤੋਂ ਭਾਵ ਕਿ ਇਹ ਸਾਨੂੰ ਇਹ ਨੋਟ ਕਰਦੇ ਰਹਿਣਾ ਚਾਹੀਦਾ ਕਿ ਅਸੀਂ ਆਪਣਾ ਸਮਾਂ ਕਿੱਥੇ ਖਰਚਿਆ, ਜਿਵੇਂ ਕਿ 24 ਘੰਟੇ ਅਸੀਂ ਕੀ ਕੀਤਾ 24 ਘੰਟਿਆਂ ਦੇ ਵਿੱਚ, ਅਤੇ ਉਹਨਾਂ ਕੰਮਾਂ ਨੂੰ ਕਰਨ ਵਿੱਚ ਸਾਨੂੰ ਕਿੰਨਾ ਸਮਾਂ ਲੱਗਾ। ਅਤੇ ਇਸ ਤਰ੍ਹਾਂ ਕੀ ਅਸੀਂ ਸਮੇਂ ਦਾ ਹਿਸਾਬ ਕਿਤਾਬ ਰੱਖ ਸਕਦੇ ਹਾਂ। ਸਾਨੂੰ ਇਹ ਜਾਣਨ ਵਿੱਚ ਮਦਦ ਮਿਲਦੀ ਹੈ ਕਿ ਅਸੀਂ ਆਪਣਾ ਜਿਹੜਾ ਸਮਾਂ ਆ ਉਹਦੀ ਸਹੀ ਵਰਤੋਂ ਕੀਤੀ ਹੈ ਜਾਂ ਗਲਤ ਵਰਤੋਂ ਕੀਤੀ ਹੈ, ਜਾਂ ਅਸੀਂ ਸਮੇਂ ਦਾ ਨਹੀਂ ਬਰਬਾਦ ਕਰਤਾ। ਅਤੇ ਜੇ ਅਸੀਂ ਬਰਬਾਦ ਕਰਦੇ ਹਾਂ ਜਾਂ ਬਰਬਾਦ ਕਰਨ ਵਾਲੇ ਗਤੀਵਿਧੀਆਂ ਕੀਤੀਆਂ ਆ ਤਾਂ ਸਾਨੂੰ ਉਹਦੇ ਬਾਰੇ ਇਹ ਜਾਣੂ ਕਰਵਾਉਂਦਾ ਹੈ, ਅਤੇ ਤਾਂ ਕਿ ਅੱਗੇ ਤੋਂ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਤੋਂ ਪਰਹੇਜ਼ ਕਰ ਸਕੀਏ ਜਾਂ ਬਚ ਸਕੀਏ। ਇਸ ਤੋਂ ਅੱਗੇ ਅਸੀਂ ਚੱਲਦੇ ਹਾਂ ਹੁਣ ਪ੍ਰਭਾਵੀ ਸਮਾਂ ਪ੍ਰਬੰਧਨ ਦੇ 4 ਕਦਮ ਦਾ ਅਭਿਆਸ ਕਰਨਾ। ਹੁਣ ਅਸੀਂ ਇਹ ਜਿਹੜੇ ਸਾਨੂੰ 4 ਅੱਗੇ ਸਟੈਪ ਦਿੱਤੇ ਸੀ ਉੱਪਰ, ਜਿੱਦਾਂ ਇਹਦੇ ਵਿੱਚ ਸੀ ਪਹਿਲਾਂ ਆਪਣਾ ਸੰਗਠਿਤ, ਤਰਜੀਹ ਦੇਣਾ, ਨਿਯੰਤਰਣ, ਟਰੈਕ। ਹੁਣ ਕੀ ਆ, ਇਹਨਾਂ 4 ਜਿਹੜੇ ਸਟੈਪ ਆ, ਕਦਮ ਆ, ਇਹਨਾਂ 'ਤੇ ਹੁਣ ਅਭਿਆਸ ਵੀ ਕਰਨਾ। ਇਹ ਨਹੀਂ ਕਿ ਸਿਰਫ ਗੱਲਾਂ ਕਰ ਲਈਆਂ, ਸੁਣ ਲਿਆ, ਪੜ੍ਹ ਲਿਆ, ਨਹੀਂ, ਇਹਨੂੰ ਜ਼ਿੰਦਗੀ ਵਿੱਚ ਲੈ ਕੇ ਆਉਣਾ ਅਤੇ ਪ੍ਰੈਕਟੀਕਲ ਕਰਨਾ। ਅਤੇ ਉਹਦੇ ਵਾਸਤੇ ਸਾਨੂੰ ਕੁਝ ਇਹਦੇ ਵਿੱਚ ਦੱਸਿਆ ਗਿਆ ਵੀ ਅਸੀਂ ਕਿਸ ਤਰ੍ਹਾਂ ਇਸਨੂੰ ਅਸੀਂ ਸੁਝਾਅ ਦਿੱਤੇ ਗਏ ਨੇ, ਕਿਸ ਤਰ੍ਹਾਂ ਇਸ 'ਤੇ ਅਭਿਆਸ ਕਰ ਸਕਦੇ ਹਾਂ। ਇਹਦੇ ਵਿੱਚ ਪਹਿਲੇ ਨੰਬਰ 'ਤੇ ਹੈ ਕਿਸੇ ਯੋਜਨਾਬੱਧ ਗਤੀਵਿਧੀ ਵਿੱਚ ਦੇਰੀ ਜਾਂ ਮੁਲਤਵੀ ਹੋਣ ਤੋਂ ਬਚੋ। ਮਤਲਬ ਅਗਰ ਤੁਸੀਂ ਕੋਈ ਪਲਾਨ ਕੀਤਾ ਹੈ ਕੰਮ ਕਰਨ ਨੂੰ ਜਾਂ ਕੋਈ ਯੋਜਨਾ ਬਣਾਈ ਹੈ, ਉਹਦੇ ਵਿੱਚ ਤੁਸੀਂ ਉਸ ਨੂੰ ਦੇਰੀ ਨਾਲ ਕਰਨ ਤੋਂ ਜਾਂ ਮੁਲਤਵੀ ਪੋਸਟਪੋਨ ਕਰਨ ਤੋਂ ਸਾਨੂੰ ਬਚਣਾ ਚਾਹੀਦਾ ਹੈ। ਦੂਜੇ ਨੰਬਰ 'ਤੇ ਆਪਣੇ ਕਮਰੇ, ਸਕੂਲ ਦੇ ਡੈਸਕ ਦਾ ਪ੍ਰਬੰਧ ਕਰੋ। ਆਪਣੇ ਕਮਰੇ ਵਿੱਚ ਜਿੱਥੇ ਤੁਸੀਂ ਆਪਣਾ ਕੰਮ ਕਰਦੇ ਹੋ, ਪੜ੍ਹਦੇ ਹੋ ਜਾਂ ਕੋਈ ਵੀ ਕੰਮ ਕਰਦੇ ਹੋ, ਉੱਥੇ ਵਿੱਚ ਇੱਕ ਡੈਸਕ, ਸਕੂਲ ਡੈਸਕ ਵਾਂਗੂ ਕੋਈ ਵੀ ਮੇਜ਼ ਟੇਬਲ ਦਾ ਇੰਤਜ਼ਾਮ ਕਰੋ, ਜਿੱਥੇ ਤੁਸੀਂ ਆਰਾਮ ਨਾਲ ਕੰਫਰਟੇਬਲ ਹੋ ਕੇ ਸਹੀ ਤਰੀਕੇ ਨਾਲ ਆਪਣਾ ਕੰਮ ਹੋਮਵਰਕ ਜਾਂ ਕੋਈ ਵੀ ਕੰਮ ਕਰ ਸਕਦੇ ਹੋ। ਫਿਰ ਅੱਗੇ ਹੈਗਾ ਇੱਕ ਨੋ ਡਿਸਟਰਬੈਂਸ ਜ਼ੋਨ ਬਣਾਓ, ਕਿ ਤੁਹਾਨੂੰ ਕੀ ਹੈ ਇੱਕ ਨੋ ਡਿਸਟਰਬੈਂਸ ਜ਼ੋਨ ਬਣਾਉਣਾ ਚਾਹੀਦਾ, ਜਿੱਥੇ ਕਿ ਤੁਹਾਨੂੰ ਕੋਈ ਵੀ ਡਿਸਟਰਬ ਨਾ ਕਰੇ। ਅਗਰ ਤੁਸੀਂ ਜਿਹੜਾ ਵੀ ਆਪਣਾ ਕੰਮ ਕਰਦੇ ਹੋ ਉਹ ਮਹੱਤਵਪੂਰਨ ਕੰਮ ਆਰਾਮ ਨਾਲ ਪੂਰਾ ਕਰ ਸਕੋ, ਮਤਲਬ ਕਿ ਤੁਹਾਡਾ ਧਿਆਨ ਡਾਇਵਰਟ ਨਹੀਂ ਹੋਣਾ ਚਾਹੀਦਾ, ਤੁਹਾਡਾ ਧਿਆਨ ਹੈ ਉਹ ਭਟਕਣਾ ਨਹੀਂ ਚਾਹੀਦਾ। ਜੇ ਤੁਹਾਡਾ ਧਿਆਨ ਭਟਕ ਜਾਂਦਾ ਹੈ ਤਾਂ ਤੁਸੀਂ ਜਿਹੜਾ ਕੀ ਆ ਆਪਣਾ ਸਮੇਂ ਬਰਬਾਦ ਕਰਨਾ ਸ਼ੁਰੂ ਕਰ ਦਿੰਦੇ ਹੋ। ਅੱਗੇ ਕੀ ਆ, ਉਡੀਕ ਸਮੇਂ ਦੀ ਲਾਭਕਾਰੀ ਵਰਤੋਂ। ਕਈ ਵਾਰ ਕੀ ਹੁੰਦਾ ਕਿ ਅਸੀਂ ਕਿਤੇ ਜਾਣਾ ਆ, ਮੰਨ ਲਓ ਬੰਦੇ ਨੇ ਸਾਨੂੰ 4 ਵਜੇ ਟਾਈਮ ਦਿੱਤਾ ਜੀ 4 ਵਜੇ ਸਾਡੇ ਕਿਸੇ ਬੰਦੇ ਨੇ ਆਉਣਾ, ਅਸੀਂ 3 ਵਜੇ ਰੈਡੀ ਹੋ ਕੇ ਬਹਿ ਜਾਂਦੇ ਹਾਂ। ਉਹ ਜਿਹੜਾ 1 ਘੰਟਾ ਅਸੀਂ ਉਹਦਾ ਵੇਟ ਕਰਦੇ ਹਾਂ ਜਾਂ ਉਸ ਸਮੇਂ ਸਾਡੇ ਕੋਲ ਹੁੰਦਾ ਆ ਕਿ ਜਿਹਦਾ ਅਸੀਂ ਕੋਈ ਇਸਤੇਮਾਲ ਨਹੀਂ ਕਰਦੇ, ਸਾਨੂੰ ਉਸ ਦਾ ਵੀ ਸਹੀ ਤਰੀਕੇ ਨਾਲ, ਲਾਭਕਾਰੀ ਤਰੀਕੇ ਨਾਲ ਇਸਤੇਮਾਲ ਕਰਨਾ ਹੀ ਚਾਹੀਦਾ ਹੈ। ਅੱਗੇ ਕੀ ਆ, ਸੂਚੀ ਤਿਆਰ ਕਰੋ। ਮਤਲਬ ਸੂਚੀ ਕੀ ਆ ਕਿ ਤੁਸੀਂ ਆਪਣੇ ਕੰਮਾਂ ਦੀ, ਤੁਹਾਨੂੰ ਪਹਿਲਾਂ ਵੀ ਦੱਸਿਆ, ਇੱਕ ਸੂਚੀ ਤਿਆਰ ਕਰਨੀ ਚਾਹੀਦੀ ਆ ਵੀ ਕਿਹੜਾ ਕੰਮ ਆ, ਕਿੰਨੇ ਕੰਮ ਆ, ਕਿੰਨਾ ਟਾਈਮ ਲੱਗਦਾ, ਇੱਕ ਅੰਦਾਜ਼ਾ ਲਗਾਉਣਾ ਚਾਹੀਦਾ ਅਤੇ ਉਹਦੇ ਹਿਸਾਬ ਨਾਲ ਉਹਨਾਂ ਦੀ ਵੰਡ ਕਰਨੀ ਚਾਹੀਦੀ ਹੈ, ਤਾਂ ਕਿ
ਤੁਸੀਂ ਆਪਣੇ ਕੰਮਾਂ ਨੂੰ ਸਹੀ ਤਰੀਕੇ ਨਾਲ ਸਹੀ ਟਾਈਮ 'ਤੇ ਪੂਰਾ ਕਰ ਸਕੋ। ਅੱਗੇ ਹੈਗਾ ਵਿਕਾਰ ਗਤੀਵਿਧੀਆਂ ਨੂੰ ਲਾਭਕਾਰੀ ਗਤੀਵਿਧੀਆਂ ਨਾਲ ਬਦਲੋ। ਇਹ ਬਹੁਤ ਵੱਡਾ ਪੁਆਇੰਟ ਹੈ, ਬਹੁਤ ਵਧੀਆ ਪੁਆਇੰਟ ਹੈ। ਤੇ ਸਾਨੂੰ ਕੁਛ ਸਾਡੀਆਂ ਗਤੀਵਿਧੀਆਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਵਿਕਾਰ ਤਰੀਕੇ ਨਾਲ ਅਸੀਂ ਕਰਦੇ ਰਹਿੰਦੇ ਹਾਂ, ਇਹਦਾ ਕੋਈ ਮਤਲਬ ਨਹੀਂ ਹੁੰਦਾ। ਅਗਰ ਅਸੀਂ ਉਹਨਾਂ ਨੂੰ ਲਾਭਕਾਰੀ ਗਤੀਵਿਧੀਆਂ ਵਿੱਚ ਬਦਲ ਦਿੰਦੇ ਹਾਂ ਤਾਂ ਸਾਨੂੰ ਉਹਦਾ ਫਾਇਦਾ ਹੋ ਸਕਦਾ। ਫੋਰ ਐਗਜ਼ਾਮਪਲ, ਅੱਜ ਕੱਲ੍ਹ ਮੋਬਾਈਲ ਦਾ ਜ਼ਮਾਨਾ ਹੈ, ਮੋਸਟਲੀ ਬੱਚੇ ਮੋਬਾਈਲ 'ਤੇ ਗੇਮ ਖੇਡਦੇ ਨੇ, ਮੋਬਾਈਲ ਵੀ ਯੂਜ਼ ਕਰਦੇ ਨੇ, ਗੇਮ ਵੀ ਖੇਡਦੇ ਨੇ। ਅਗਰ ਉਸ ਗੇਮ ਖੇਡਣ ਦੀ ਬਜਾਏ ਅਸੀਂ ਉਸੇ ਮੋਬਾਈਲ ਦੇ ਉੱਤੇ ਕੋਈ ਆਪਣੇ ਸਟੱਡੀ ਦੇ ਰਿਲੇਟਡ ਵੀਡੀਓ ਦੇਖ ਲਈਏ, ਜਾਂ ਕੋਈ ਕੁਇਜ਼ ਸੋਲਵ ਕਰ ਲਈਏ, ਜਾਂ ਫਿਰ ਕੋਈ ਮੋਟੀਵੇਸ਼ਨ ਵੀਡੀਓ ਦੇਖ ਲਈ, ਜਾਂ ਹਿਸਟੋਰੀਕਲ ਹਿਸਟਰੀ ਦੇ ਲੈਵਲ ਦੀ ਵੀਡੀਓ ਦੇਖ ਲਈਏ, ਉਹਨਾਂ ਕੀ ਹੁੰਦਾ ਕਿ ਸਾਡਾ ਇੰਟਰਟੇਨਮੈਂਟ ਤਾਂ ਹੋ ਰਿਹਾ, ਨਾਲ ਨਾਲ ਸਾਨੂੰ ਨੌਲੇਜ ਵੀ ਮਿਲ ਰਹੀ ਹੈ। ਕਹਿਣ ਦਾ ਮਤਲਬ ਕਿ ਜਿਹੜੀਆਂ ਸਾਡੀਆਂ ਬੇਕਾਰ ਦੀਆਂ ਗਤੀਵਿਧੀਆਂ ਆ ਉਹ ਸਾਡੀਆਂ ਫਿਰ ਲਾਭਕਾਰੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਜਾਂਦੀਆਂ। ਤਾਂ ਅਗਰ ਇਸ ਤੋਂ ਅੱਗੇ ਚੱਲੀਏ, ਇਹ ਤਾਂ ਹੁਣ ਜਿੰਨਾ ਅਸੀਂ ਪੜ੍ਹਿਆ, ਅਸੀਂ ਇਸ ਚੈਪਟਰ ਦੇ ਅੰਤ ਦੇ ਵਿੱਚ ਅਸੀਂ ਹੁਣ ਟਾਈਮ ਮੈਨੇਜਮੈਂਟ ਦੇ ਜਿਹੜੇ ਐਡਵਾਂਟੇਜ ਆ, ਡਿਸਐਡਵਾਂਟੇਜ ਆ, ਉਹ ਵੀ ਦੇਖ ਲੈਂਦੇ ਹਾਂ, ਕਿਉਂਕਿ ਇਸ ਤੋਂ ਪਹਿਲਾਂ ਅਸੀਂ ਸਭ ਕੁਛ ਇਹਦੇ ਬਾਰੇ ਪੜ੍ਹ ਲਿਆ ਆ ਕਿ ਟਾਈਮ ਮੈਨੇਜਮੈਂਟ ਕਿੱਦਾਂ ਕਰਨੀ ਹੈ, ਇਹਦਾ ਮਹੱਤਵ ਕੀ ਆ, ਇਹਦੇ ਜਿਹੜੇ ਸਟੈਪ ਕੀ ਕੀ ਹੁੰਦੇ ਆ, ਅਤੇ ਇਹਨੂੰ ਆਪਣੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਅਭਿਆਸ ਕਰਨਾ ਹੈ। ਅਤੇ ਹੁਣ ਅਸੀਂ ਗਾਹਾਂ ਚੱਲਦੇ ਹਾਂ ਐਡਵਾਂਟੇਜ ਆਫ ਟਾਈਮ ਮੈਨੇਜਮੈਂਟ। ਸਭ ਤੋਂ ਪਹਿਲਾਂ ਅਸੀਂ ਫਾਇਦੇ ਦੀ ਗੱਲ ਕਰਦੇ ਹਾਂ, ਤਾਂ ਫਾਇਦਾ ਦੇਖ ਲੈਂਦੇ ਹਾਂ। ਇਹਦੇ ਵਿੱਚ ਪਹਿਲਾ ਪੁਆਇੰਟ ਹੈ ਡਿਕਰੀਜ਼ ਸਟ੍ਰੈਸ ਲੈਵਲ। ਜਿਹੜਾ ਟਾਈਮ ਮੈਨੇਜਮੈਂਟ ਹੈ, ਸਾਡਾ ਜਿਹੜਾ ਤਣਾਅ ਹੈ, ਉਹਦੇ ਤਣਾਅ ਦਾ ਜਿਹੜਾ ਲੈਵਲ ਆ ਉਹਨੂੰ ਘੱਟ ਕਰਦਾ ਹੈ। ਉਹ ਕਿਸ ਤਰ੍ਹਾਂ ਕਿ ਜਦੋਂ ਅਸੀਂ ਕੋਈ ਵੀ ਕੰਮ ਕਰਦੇ ਹਾਂ, ਸਾਡੇ ਕੰਮ ਟਾਈਮਲੀ, ਬਿਲਕੁਲ ਟਾਈਮਲੀ, ਸਹੀ ਤਰੀਕੇ ਨਾਲ, ਯੋਜਨਾਬੱਧ ਤਰੀਕੇ ਨਾਲ ਖਤਮ ਹੋ ਜਾਂਦੇ ਨੇ, ਤਾਂ ਆਟੋਮੈਟਿਕਲੀ ਸਾਡੇ ਦਿਮਾਗ 'ਤੇ ਉਸ ਕੰਮ ਨੂੰ ਜਾਂ ਉਸ ਕੰਮਾਂ ਦੇ ਪ੍ਰਤੀ ਕੋਈ ਟੈਨਸ਼ਨ ਜਾਂ ਸਟ੍ਰੈਸ ਨਹੀਂ ਰਹਿੰਦੀ। ਦੂਜੇ ਨੰਬਰ 'ਤੇ ਹੈਗਾ ਫੋਕਸ ਔਨ ਵਨ ਟਾਸਕ ਐਟ ਦੀ ਵਨ ਟਾਈਮ। ਇਹ ਸਾਨੂੰ ਇੱਕ ਸਮੇਂ 'ਤੇ ਇੱਕੋ ਹੀ ਕੰਮ ਕਰਨ ਦੇ ਲਈ ਸਮਝਾਉਂਦਾ ਹੈ ਜਾਂ ਦੱਸਦਾ ਹੈ, ਜਾਂ ਫਿਰ ਸਾਨੂੰ ਇੱਕੋ ਹੀ ਕੰਮ ਕਰਨ ਵਿੱਚ ਮਦਦ ਕਰਦਾ। ਧਿਆਨ ਮਤਲਬ ਕਹਿਣਾ ਮਤਲਬ ਕਿ ਸਾਨੂੰ ਇੱਕ ਕੰਮ ਦੇ ਉੱਤੇ ਹੀ ਧਿਆਨ ਕੇਂਦਰਿਤ ਕਰਨ ਵਿੱਚ ਸਾਡੀ ਹੈਲਪ ਕਰਦਾ। ਜਦੋਂ ਅਸੀਂ ਕੋਈ ਵੀ ਕੰਮ, ਅਗਰ ਇੱਕ ਕੰਮ ਇੱਕ ਟਾਈਮ 'ਤੇ ਇੱਕੋ ਕਰਾਂਗੇ ਤਾਂ ਉਹ ਜਲਦੀ ਹੋ ਜਾਏਗਾ ਅਤੇ ਵਧੀਆ ਤਰੀਕੇ ਨਾਲ ਵੀ ਹੋ ਜਾਏਗਾ। ਅਤੇ ਜੇ ਅਸੀਂ ਇੱਕ ਟਾਈਮ 'ਤੇ 4 ਕੰਮ ਪਕੜ ਕੇ ਰੱਖਾਂਗੇ ਤਾਂ ਕੋਈ ਵੀ ਕੰਮ ਸਹੀ ਤਰੀਕੇ ਨਾਲ ਕੰਪਲੀਟ ਨਹੀਂ ਹੋ ਪਾਏਗਾ। ਮੋਰ ਕੌਨਫੀਡੈਂਸ, ਬਿਲਕੁਲ ਸਹੀ ਹੈ। ਅਗਰ ਤੁਸੀਂ ਸਾਰੇ ਕੰਮ ਸਹੀ ਤਰੀਕੇ ਨਾਲ ਸਹੀ ਸਮੇਂ 'ਤੇ ਕਰ ਲੈਂਦੇ, ਆਟੋਮੈਟਿਕਲੀ ਇਨਸਾਨ ਵਿੱਚ ਕੌਨਫੀਡੈਂਸ ਆਉਂਦਾ, ਸਾਡਾ ਕੌਨਫੀਡੈਂਸ ਵਿੱਚ ਵਾਧਾ ਹੁੰਦਾ। ਅੱਗੇ ਹੈਗਾ ਇਹ ਵੇ ਟੂ ਯੋਰ ਗੋਲ। ਇਹ ਸਾਨੂੰ ਇੱਕ ਰਸਤਾ ਦਿਖਾਉਂਦਾ ਹੈ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ। ਅਗਰ ਤੁਸੀਂ ਟਾਈਮ ਮੈਨੇਜਮੈਂਟ ਕਰਕੇ ਚੱਲੋਗੇ, ਜਿਹੜੇ ਤੁਹਾਡੇ ਮਿੱਥੇ ਹੋਏ ਟੀਚੇ ਆ, ਤੁਸੀਂ ਉਹਨਾਂ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਬਿਲਕੁਲ ਸਹੀ ਹੈ। ਇਸ ਤੋਂ ਅੱਗੇ ਇਨਕਰੀਜ਼ਜ਼ ਪ੍ਰੋਡਕਟੀਵਿਟੀ, ਮਤਲਬ ਇਹ ਸਾਨੂੰ ਕੀ ਆ, ਉਤਪਾਦਕਤਾ ਵੀ ਸਾਡੀ ਵਧਾਉਂਦਾ। ਹੁਣ ਇੱਥੇ ਉਤਪਾਦਕਤਾ ਦਾ ਮਤਲਬ ਉਤਪਾਦਨ ਕਰਨਾ ਜਾਂ ਕੋਈ ਚੀਜ਼ ਨੂੰ ਉਗਾਉਣਾ ਜਾਂ ਦੂਆ ਕਰਨਾ ਨਹੀਂ। ਇੱਥੇ ਮਤਲਬ ਕੀ ਆ, ਅਗਰ ਅਸੀਂ ਆਪਣੇ ਟਾਈਮ ਨੂੰ ਮੈਨੇਜ ਕਰਕੇ ਆਪਣੇ ਕੰਮਾਂ ਨੂੰ ਸਮੇਂ ਤੋਂ ਪਹਿਲਾਂ ਪੂਰਾ ਕਰ ਲੈਂਦੇ ਹਾਂ, ਤਾਂ ਜੋ ਸਾਡਾ ਬਚਦਾ ਸਮੇਂ ਆ ਉਸ ਨੂੰ ਅਸੀਂ ਕਿਸੇ ਹੋਰ ਜਗ੍ਹਾ 'ਤੇ, ਹੋਰ ਇੰਟਰਟੇਨਮੈਂਟ ਵਾਸਤੇ, ਸਪੋਰਟਸ ਵਾਸਤੇ, ਕਿਸੇ ਹੋਰ ਚੀਜ਼ ਵਾਸਤੇ, ਆਰਾਮ ਵਾਸਤੇ, ਕਿਤੇ ਨਾ ਕਿਤੇ ਅਸੀਂ ਆਪਣੇ ਮੈਡੀਟੇਸ਼ਨ ਵਾਸਤੇ ਉਸ ਨੂੰ ਇਸਤੇਮਾਲ ਕਰ ਸਕਦੇ ਹਾਂ। ਠੀਕ ਹੈ ਜੀ, ਉਤਪਾਦਕਤਾ ਦਾ ਮਤਲਬ ਇੱਥੇ ਇਹ ਆ। ਇਸ ਤੋਂ ਬਾਅਦ ਵਿੱਚ ਆ ਗਿਆ ਇਨਕਰੀਜ਼, ਇਹ ਤਾਂ ਹੋ ਗਿਆ ਟਾਈਮ ਫॉर ਰਿਲੈਕਸ। ਮਤਲਬ ਅਗਰ ਸਾਡਾ ਇਹ ਸਾਨੂੰ ਕੋਈ ਵੀ ਕੰਮ ਆ ਸਾਡਾ ਸਮੇਂ ਸਿਰ ਖਤਮ ਹੋ ਜਾਂਦਾ, ਤਾਂ ਅਸੀਂ ਆਪਣੀ ਬੋਡੀ ਨੂੰ ਰਿਲੈਕਸ ਕਰਨ ਵਾਸਤੇ ਟਾਈਮ ਦੇ ਸਕਦੇ ਹਾਂ, ਅਤੇ ਇਹਦੇ ਨਾਲ ਤੁਸੀਂ ਆਪਣੇ ਵਾਸਤੇ ਵੀ ਟਾਈਮ ਕੱਢ ਸਕਦੇ ਹਾਂ। ਬਿਕਮ ਹੈਲਥੀ, ਇਹਦੇ ਨਾਲ ਸਾਡੀ ਸਿਹਤ ਠੀਕ ਰਹਿੰਦੀ। ਜਦ ਕੋਈ ਦਿਮਾਗੀ ਟੈਨਸ਼ਨ ਨਹੀਂ, ਕੰਮ ਸਾਰੇ ਕੰਪਲੀਟ ਹੋ ਗਏ, ਤੁਸੀਂ ਆਪਣੇ ਬੋਡੀ ਨੂੰ ਰਿਲੈਕਸ ਵੀ ਦੇ ਰਹੇ ਆ, ਸਹੀ ਖਾ ਪੀ ਰਹੇ, ਤੁਹਾਨੂੰ ਹੈਲਥੀ ਵੀ ਰੱਖਦਾ। ਬਿਕਮ ਆ ਰਿਚ। ਹੁਣ ਰਿਚ ਦਾ ਮਤਲਬ ਇੱਥੇ ਆ ਕਿ ਸਾਨੂੰ ਦਿਮਾਗੀ ਤੌਰ 'ਤੇ ਅਤੇ ਆਰਥਿਕ ਤੌਰ 'ਤੇ ਵੀ ਅਮੀਰ ਬਣਾਉਂਦਾ ਹੈ, ਕਿਉਂਕਿ ਅਗਰ ਤੁਸੀਂ ਆਪਣੇ ਟਾਈਮ ਨੂੰ ਸਹੀ ਤਰੀਕੇ ਨਾਲ ਮੈਨੇਜ ਕਰਕੇ ਚੱਲੋਗੇ ਤਾਂ ਆਪਣੇ ਟੀਚਿਆਂ ਨੂੰ, ਗੋਲ ਨੂੰ ਹਾਸਲ ਕਰ ਲਓਗੇ, ਤਾਂ ਆਟੋਮੈਟਿਕਲੀ ਤੁਹਾਡੀ ਫਾਈਨੈਂਸ਼ੀਅਲ, ਤੁਹਾਡੀ ਆਰਥਿਕ ਤੌਰ 'ਤੇ ਜਾਂ ਤੁਹਾਡੀ ਦਿਮਾਗੀ ਤੌਰ 'ਤੇ ਤੁਸੀਂ ਰਿਚ ਹੁੰਦੇ ਜਾਓਗੇ, ਗਾਂਹ ਗਾਂਹ ਵੱਧਦੇ ਜਾਓਗੇ। ਹੁਣ ਅਸੀਂ ਗੱਲ ਕਰ ਲਈਏ ਨੁਕਸਾਨ ਬਾਰੇ ਜਾਂ ਡਿਸਐਡਵਾਂਟੇਜ। ਇਹਦੇ ਕੀ ਆ ਕਿ ਅਗਰ ਅਸੀਂ ਸਮੇਂ ਪ੍ਰਬੰਧਨ ਨਹੀਂ ਕਰਦੇ, ਸਾਨੂੰ ਉਹਦਾ ਨੁਕਸਾਨ ਕੀ ਹੋ ਸਕਦਾ ਹੈ। ਇਹਦੇ ਵਿੱਚ ਪਹਿਲਾਂ ਹੁੰਦਾ ਅਨਕਲੀਅਰ ਟਾਰਗੇਟ। ਇਹਦੇ ਨਾਲ ਕਿ ਸਾਡਾ ਜਿਹੜਾ ਟਾਰਗੇਟ ਕੋਈ ਕਲੀਅਰ ਨਹੀਂ ਹੁੰਦਾ, ਕਿਉਂਕਿ ਅਸੀਂ ਜਾਂ ਟਾਈਮ ਦੀ ਮੈਨੇਜਮੈਂਟ ਨਹੀਂ ਕੀਤੀ, ਸਾਨੂੰ ਪਤਾ ਹੀ ਨਹੀਂ, ਅਸੀਂ ਗੋਲ ਆਪਣਾ ਕੋਈ ਸਮੇਂ ਸਾਰਣੀ ਬਣਾਈ ਨਹੀਂ, ਕੋਈ ਗੋਲ ਸੈੱਟ ਨਹੀਂ ਕੀਤਾ, ਅਤੇ ਸਾਨੂੰ ਟਾਰਗੇਟ ਉੱਥੇ ਅਸੀਂ ਕਿਸ ਤਰ੍ਹਾਂ ਉਹਨੂੰ ਪ੍ਰਾਪਤ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਗਿਆ ਬੈਡ ਮੈਨੇਜਮੈਂਟ। ਇਸ ਨਾਲ ਕੀ ਆ ਕਿ ਸਾਨੂੰ ਸਾਡੀ ਮੈਨੇਜਮੈਂਟ ਜਿਹੜੀ ਆ ਉਹ ਖਰਾਬ ਹੁੰਦੀ ਚਲੀ ਜਾਂਦੀ ਹੈ, ਕਿਉਂਕਿ ਅਸੀਂ ਕੋਈ ਕਿਸੇ ਵੀ ਚੀਜ਼ ਨੂੰ ਜਦ ਮੈਨੇਜ ਕਰਕੇ ਟਾਈਮ ਨੂੰ ਮੈਨੇਜ ਨਹੀਂ ਕਰਦੇ, ਤਾਂ ਬਾਕੀ ਚੀਜ਼ਾਂ ਵੀ ਸਾਡੀਆਂ ਮੈਨੇਜ ਨਹੀਂ ਹੋ ਸਕਦੀਆਂ। ਜੇ ਅਸੀਂ 7 ਕੰਮ ਦਾ 10 ਕੰਮ ਕਰਨੇ ਆ, ਅਗਰ ਟਾਈਮ ਦੇ ਹਿਸਾਬ ਨਾਲ ਉਹਨੂੰ ਮੈਨੇਜ ਨਹੀਂ ਕਰਾਂਗੇ, ਤਾਂ ਅਸੀਂ ਇੱਕ ਟਾਈਮ 'ਤੇ ਇੱਕ ਕੰਮ 'ਤੇ ਜ਼ਿਆਦਾ ਟਾਈਮ ਲਗਾ ਕੇ ਟਾਈਮ ਵੇਸਟ ਕਰ ਦੇਵਾਂਗੇ, ਤਾਂ ਬਾਕੀ ਜਿਹੜੇ ਕੰਮਾਂ ਨੂੰ ਟਾਈਮ ਘੱਟ ਵੱਜ ਜਾਏਗਾ। ਉਸ ਨੂੰ ਬੈਡ ਮੈਨੇਜਮੈਂਟ ਵੀ ਕਹਿ ਦਿੰਦੇ ਨੇ। ਮੈਨੀ ਆਬਸਟੈਕਲਸ, ਮਤਲਬ ਕੀ ਆ ਕਿ ਸਾਨੂੰ ਇਹਦੇ ਵਿੱਚ ਕਾਫੀ ਰੁਕਾਵਟਾਂ ਦਾ, ਸਮੇਂ ਪ੍ਰਬੰਧਨ ਤੋਂ ਬਿਨਾਂ ਸਾਨੂੰ ਬਹੁਤ ਸਾਰੀਆਂ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ,
ਕਿ ਜੇ ਸਾਡਾ ਸਮੇਂ ਪ੍ਰਬੰਧ ਨਹੀਂ ਹੈ ਕਿ ਜਿਹੜਾ ਕੰਮ ਆ ਸਾਡਾ ਅਰਜੈਂਟ ਕੰਮ ਆ ਨਹੀਂ ਹੋ ਪਾਇਆ, ਜਾਂ ਅਸੀਂ ਟਾਈਮ 'ਤੇ ਕੋਈ ਚੀਜ਼ ਮੋਸਟ ਇੰਪੋਰਟੈਂਟ ਅਰਜੈਂਟ ਕੰਮ ਨਹੀਂ ਕਰ ਉਹ ਸਾਨੂੰ ਪੈਨਲਟੀ ਵੀ ਪੈ ਸਕਦੀ, ਸਾਨੂੰ ਉਹਦਾ ਹੋਰ ਵੀ ਕੋਈ ਫਾਈਨੈਂਸ਼ੀਅਲ ਲੋਸ ਵੀ ਹੋ ਸਕਦਾ ਹੈ। ਉਸ ਤੋਂ ਬਾਅਦ ਵਿੱਚ ਗਿਆ ਟੂ ਮੈਨੀ ਵਰਕ ਐਟ ਦੀ ਸੇਮ ਟਾਈਮ। ਮਤਲਬ ਕੀ ਆ ਕਿ ਜਿਹੜੇ ਬਹੁਤ ਜ਼ਿਆਦਾ ਕੰਮ ਇੱਕੋ ਟਾਈਮ 'ਤੇ ਸਾਨੂੰ ਕਰਨੇ ਪੈ ਸਕਦੇ। ਅਗਰ ਟਾਈਮ ਮੈਨੇਜਮੈਂਟ ਨਹੀਂ ਕਰਦੇ, ਟਾਈਮ ਪਹਿਲਾਂ ਵੇਸਟ ਕਰ ਲੈਣੇ ਆ, ਫਿਰ ਬਚੇ ਹੋਏ ਟਾਈਮ ਦੇ ਵਿੱਚ ਸਾਨੂੰ ਐਕਸਟਰਾ ਕੰਮ ਜਿਹੜੇ ਆ ਇੱਕੋ ਟਾਈਮ 'ਤੇ ਕਰਨੇ ਪੈ ਸਕਦੇ ਆ, ਅਤੇ ਜਿਹਦੇ ਨਾਲ ਵੀ ਸਾਡੇ ਕੋਈ ਵੀ ਕੰਮ ਬਿਲਕੁਲ ਸਹੀ ਤਰੀਕੇ ਨਾਲ ਕੰਪਲੀਟ ਨਹੀਂ ਹੋ ਸਕਦੇ। ਉਸ ਤੋਂ ਬਾਅਦ ਇਨਕਰੀਜ਼ਿਜ਼ ਸਟਰੈਸ ਬਿਲਕੁਲ ਸਹੀ ਹੈ। ਜਿਸ ਤਰ੍ਹਾਂ ਆਪਾਂ ਪੜ੍ਹਿਆ ਸੀ ਕਿ ਅਗਰ ਅਸੀਂ ਟਾਈਮ ਮੈਨੇਜਮੈਂਟ ਕਰਦੇ ਹਾਂ ਤਾਂ ਇਹ ਸਾਡੇ ਤਣਾਅ ਨੂੰ ਘਟਾਉਂਦਾ ਹੈ, ਪਰ ਜੇ ਅਸੀਂ ਜੇ ਅਸੀਂ ਟਾਈਮ ਦੀ ਮੈਨੇਜਮੈਂਟ ਨਹੀਂ ਕਰਦੇ, ਸਮੇਂ ਦਾ ਪ੍ਰਬੰਧਨ ਨਹੀਂ ਕਰਦੇ, ਤਾਂ ਸਾਡੀ ਸਟਰੈਸ ਨੂੰ ਵਧਾ ਵੀ ਦਿੰਦਾ। ਕਿਉਂਕਿ ਜਦੋਂ ਸਾਡਾ ਕੋਈ ਇੰਪੋਰਟੈਂਟ ਕੰਮ ਆ ਫਸਿਆ, ਉਹ ਜ਼ਰੂਰੀ ਕਰਨਾ ਹੈ, ਉਹ ਨਹੀਂ ਹੋ ਪਾਉਂਦਾ, ਤਾਂ ਆਟੋਮੈਟਿਕਲੀ ਸਾਡੇ ਦਿਮਾਗ 'ਤੇ ਸਟਰੈਸ ਦਾ ਬਹੁਤ ਜ਼ਿਆਦਾ ਵੱਧ ਜਾਏ, ਸਟਰੈਸ ਵੱਧ ਜਾਏਗੀ। ਨੋ ਟਾਈਮ ਫॉर ਰੈਸਟ, ਮਤਲਬ ਅਗਰ ਤੁਹਾਡੇ ਕੋਲ ਟਾਈਮ ਬਚਿਆ ਹੀ ਨਹੀਂ ਆ, ਤੁਹਾਡੇ ਕੰਮ ਹੀ ਪੈਂਡਿੰਗ ਰਹਿ ਗਏ, ਤੁਸੀਂ ਰੈਸਟ ਕਿਸ ਤਰ੍ਹਾਂ ਕਰ ਸਕਦੇ ਹੋ? ਅਗਰ ਤੁਸੀਂ ਆਪਣਾ ਟਾਈਮ ਨੂੰ ਮੈਨੇਜ ਨਹੀਂ ਕਰਕੇ ਚੱਲੇ ਤਾਂ ਆਟੋਮੈਟਿਕਲੀ ਤੁਸੀਂ ਰੈਸਟ ਕਰਨ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਬਚੇਗਾ। ਲਾਸਟ ਵਿੱਚ ਆ ਗਿਆ ਬਿਕਮ ਮੀਡੀਓਕਰ ਔਰ ਪੂਅਰ, ਮਤਲਬ ਕਿ ਤੁਹਾਨੂੰ ਇਹ ਇੱਕ ਦਰਮਿਆਨੀ ਔਰ ਜਾਂ ਫਿਰ ਉਹਨੂੰ ਕਹਿ ਦਿੰਦੇ ਹਾਂ ਕਿ ਗਰੀਬੀ ਵਾਲੀ ਜ਼ਿੰਦਗੀ ਜੀਣ ਵਾਸਤੇ ਮਜਬੂਰ ਕਰ ਦਿੰਦਾ। ਜੇ ਤੁਸੀਂ ਟਾਈਮ ਮੈਨੇਜਮੈਂਟ ਕਰਕੇ ਮਿਹਨਤ ਨਹੀਂ ਕਰੋਗੇ, ਆਪਣੇ ਟੀਚੇ ਨੂੰ ਹਾਸਿਲ ਨਹੀਂ ਕਰੋਗੇ, ਤਾਂ ਆਟੋਮੈਟਿਕਲੀ ਤੁਹਾਡੀ ਆਰਥਿਕ ਸਥਿਤੀ ਨੂੰ ਵੀ ਕਮਜ਼ੋਰ ਕਰਦਾ ਹੈ, ਤੁਹਾਡੀ ਮੈਂਟਲ ਸਥਿਤੀ ਨੂੰ ਵੀ ਕਮਜ਼ੋਰ ਕਰਦਾ। ਸੋ ਬੱਚਿਓ, ਇਹ ਸੀ ਸਾਡਾ ਅੱਜ ਦਾ ਟੌਪਿਕ ਜਿਹਦਾ ਨਾਮ ਸੀ ਸਮਾਂ ਪ੍ਰਬੰਧਨ, ਜਿਸ ਬਾਰੇ ਅਸੀਂ ਕਾਫੀ ਕੁਝ ਜਾਣਿਆ ਅਤੇ ਇਸ ਦੇ ਸਾਡੀ ਜ਼ਿੰਦਗੀ ਵਿੱਚ ਪੈਣ ਵਾਲੇ ਪ੍ਰਭਾਵ, ਨਫੇ ਨੁਕਸਾਨ ਬਾਰੇ ਵੀ ਅਸੀਂ ਜਾਣਕਾਰੀ ਪ੍ਰਾਪਤ ਕੀਤੀ। ਸੋ ਮੈਂ ਉਮੀਦ ਕਰਦਾ ਕਿ ਹੁਣ ਤੁਸੀਂ ਸਭ ਸਮਝ ਹੀ ਗਏ ਹੋਵੋਗੇ ਕਿ ਸਮੇਂ ਦਾ ਪ੍ਰਬੰਧਨ ਕਰਨਾ ਜਾਂ ਫਿਰ ਟਾਈਮ ਮੈਨੇਜਮੈਂਟ ਕਰਨਾ ਸਾਡੇ ਜੀਵਨ ਵਿੱਚ ਕਿੰਨਾ ਜ਼ਰੂਰੀ ਹੈ। ਅਗਰ ਅਸੀਂ ਸਮੇਂ ਦੀ ਕੀਮਤ ਨੂੰ ਜਾਣਦੇ ਹੋਏ ਇਸ ਦੀ ਸਹੀ ਤਰੀਕੇ ਨਾਲ ਵਰਤੋਂ ਕਰਦੇ ਹਾਂ ਜਾਂ ਫਿਰ ਇਸ ਨੂੰ ਸਹੀ ਵਰਤੋਂ ਵਿੱਚ ਲਿਆਉਂਦੇ ਹਾਂ, ਤਾਂ ਇਹ ਸਾਨੂੰ ਜ਼ਰੂਰ ਹੀ ਤਰੱਕੀ ਦੇ ਰਾਹ 'ਤੇ ਲੈ ਜਾਵੇਗਾ ਅਤੇ ਜਿਸ ਨਾਲ ਸਾਡੀ ਜਿਹੜੀ ਜ਼ਿੰਦਗੀ ਆ ਖੁਸ਼ਨੁਮਾ ਅਤੇ ਖੁਸ਼ਹਾਲ ਬਣ ਜਾਂਦੀ ਹੈ। ਸੋ ਬੱਚਿਓ, ਅੱਜ ਤੋਂ ਆਪਾਂ ਇਹ ਪੱਕਾ ਮਨ ਬਣਾਉਣਾ ਹੈ ਕਿ ਅੱਜ ਤੋਂ ਬਾਅਦ ਅਸੀਂ ਕਦੀ ਵੀ ਸਮੇਂ ਦੀ ਬਰਬਾਦੀ ਨਹੀਂ ਕਰਾਂਗੇ, ਬਲਕਿ ਸਮੇਂ ਦੀ ਸਹੀ ਕੀਮਤ ਨੂੰ ਪਛਾਣਦੇ ਹੋਏ ਜਾਂ ਸਮਝਦੇ ਹੋਏ ਇਸ ਦਾ ਸਹੀ ਇਸਤੇਮਾਲ ਕਰਾਂਗੇ। ਸੋ ਅੱਜ ਦੇ ਮੇਰੇ ਇਸ ਲੈਕਚਰ ਵਿੱਚ ਇੰਨਾ ਹੀ। ਉਮੀਦ ਕਰਦਾ ਹਾਂ ਕਿ ਮੇਰੇ ਇਸ ਲੈਕਚਰ ਵਿੱਚ ਦਿੱਤੀ ਗਈ ਜਾਣਕਾਰੀ ਨਾਲ ਤੁਹਾਡੇ ਗਿਆਨ ਵਿੱਚ ਥੋੜ੍ਹਾ ਬਹੁਤ ਕੁਝ ਨਾ ਕੁਝ ਤਾਂ ਜ਼ਰੂਰ ਵਾਧਾ ਹੋਇਆ ਹੋਵੇਗਾ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਤੁਸੀਂ ਆਪਣੇ ਸਮੇਂ ਨੂੰ ਪ੍ਰਬੰਧਨ ਦੇ ਤੌਰ 'ਤੇ ਕਰਕੇ ਜਾਂ ਟਾਈਮ ਨੂੰ ਮੈਨੇਜ ਕਰਕੇ ਇਸ ਦੀ ਕੀਮਤ ਨੂੰ ਸਮਝ ਸਕੋ ਅਤੇ ਆਪਣੀ ਜ਼ਿੰਦਗੀ ਵਿੱਚ ਤਰੱਕੀ ਕਰ ਸਕੋ। ਥੈਂਕ ਯੂ, ਸ਼ੁਕਰੀਆ, ਧੰਨਵਾਦ।